Good afternoon, everyone. Welcome to ਬਾਲਾ ਐਜੂਕੇਸ਼ਨ ਪੁਆਇੰਟ। ਬਾਲਾ ਐਜੂਕੇਸ਼ਨ ਪੁਆਇੰਟ ਦੇ ਆਨਲਾਈਨ ਪਲੇਟਫਾਰਮ ਤੇ ਮੈਂ ਤੁਹਾਡਾ ਸਭ ਦਾ ਸਵਾਗਤ ਕਰਦਾ। ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਪੰਜਾਬ ਗਵਰਨਮੈਂਟ ਕਿਸੇ ਵੀ ਟਾਈਮ ਤੇ ਪੀਟੀਆਈ ਦੀ ਜੋ ਤੁਹਾਡੇ ਆਪਣੀਆਂ 2000 ਵੈਕੈਂਸੀਜ਼ ਦੀ ਨੋਟੀਫਿਕੇਸ਼ਨ ਕਦੋਂ ਮਰਜ਼ੀ ਆ ਸਕਦੀ ਹੈ, ਜਿਸ ਦੇ ਲਈ ਤੁਹਾਡੇ ਆਪਣੇ ਬਾਲਾ ਐਜੂਕੇਸ਼ਨ ਪੁਆਇੰਟ ਨੇ ਆਲਰੇਡੀ ਐਡਵਾਂਸ ਦੇ ਵਿੱਚ ਕਲਾਸਿਸ ਸਟਾਰਟ ਕਰ ਦਿੱਤੀਆਂ ਤਾਂ ਕਿ ਜਿਹੜੇ ਬੱਚੇ ਪਹਿਲਾਂ ਰਹਿ ਚੁੱਕੇ ਸੀ ਡੀਪੀ ਮਾਸਟਰ ਦੀ ਪੋਸਟ ਦੇ ਵਾਸਤੇ, ਉਹ ਬੱਚੇ ਅੱਜ ਕਿਤੇ ਅਲੱਗ ਨਾ ਰਹਿ ਜਾਣ ਪੀਟੀਆਈ ਦੇ ਵਾਸਤੇ, ਉਹਨਾਂ ਨੂੰ ਕਿਤੋਂ ਕਲਾਸਿਸ ਨਾ ਮਿਲਣ। ਤਾਂ ਇਸ ਕਰਕੇ ਬਾਲਾ ਐਜੂਕੇਸ਼ਨ ਪੁਆਇੰਟ ਦੇ ਕਰਨੀ ਤੋਂ ਕਲਾਸਿਸ ਸਟਾਰਟ ਹੋ ਚੁੱਕੀਆਂ ਨੇ, ਠੀਕ ਹੈ ਜੀ। ਜਿਸ ਦੇ ਵਿੱਚ ਤੁਹਾਨੂੰ ਆਲਰੇਡੀ YouTube ਚੈਨਲ ਦੇ ਉੱਤੇ ਅਗਰ ਕਿਸੇ ਬੱਚੇ ਨੂੰ ਵੀਡੀਓ ਵੀ ਦੇਖਣੀ ਹੋਵੇ ਵੀ ਪੀਟੀਆਈ ਦਾ ਜਿਹੜਾ ਇੱਕ ਕੋਰਸ ਹੈ ਉਹ ਕਿਸ ਤਰ੍ਹਾਂ ਕਰਵਾਇਆ ਜਾ ਰਿਹਾ ਹੈ, ਉਹਦੀ ਆਲਰੇਡੀ ਸਾਡੇ ਕੋਲ 3 ਕਲਾਸਿਸ ਅਪਲੋਡ ਹੋ ਚੁੱਕੀਆਂ ਨੇ, ਜਿਹਦੇ ਵਿੱਚ ਆਪਾਂ ਨੇ 3 ਕਲਾਸਿਸ ਕਵਰ ਕੀਤੀਆਂ ਸੀਗੀਆਂ। ਤੁਹਾਡੀ ਆਪਣੀ ਇੱਕ ਟੌਪਿਕ ਹੈ ਸਟਰਕਚਰ ਆਫ ਬੋਡੀ ਦੇ ਉੱਤੇ, ਜਿਸ 'ਚ ਆਪਾਂ ਨੇ ਟੌਪਿਕ ਕੀਤੇ ਸੀ ਉਸ ਚੀਜ਼ ਦੇ, ਇੱਕ ਡਾਈਜੈਸਟਿਵ ਸਿਸਟਮ ਦੇ ਉੱਤੇ ਕਵਰ ਕੀਤਾ, ਔਰ ਸੈਕਿੰਡ ਆਪਾਂ ਨੇ ਕੀਤਾ ਸੀ ਇਹਦੇ ਉੱਤੇ ਰੈਸਪੀਰੇਟਰੀ ਸਿਸਟਮ ਉੱਤੇ ਕਵਰ ਕੀਤਾ ਸੀਗਾ, ਔਰ ਅਨਦਰ ਮੋਰ ਟੌਪਿਕ ਅਸੀਂ ਕੰਪਲੀਟ ਕੀਤਾ ਸੀ ਥਰਡ ਟੌਪਿਕ, ਉਹ ਸਾਡੇ ਵਾਸਤੇ ਹੈਗਾ ਸੀ ਐਕਸਕ੍ਰੀਟਰੀ ਸਿਸਟਮ ਦੇ ਉੱਤੇ। ਕਾਫੀ ਬੱਚਿਆਂ ਦੇ ਉਹਦੇ ਉੱਤੇ ਫਿਲਹਾਲ ਸੁਜੈਸ਼ਨ ਵੀ ਕਹਿ ਸਕਦੇ ਹਾਂ, ਜਾਂ ਬੱਚੇ ਨੇ ਦੇਖੀ ਹੋਊਗੀ ਕਲਾਸਿਸ, ਦੇਖੀਆਂ ਨੇ ਬੱਚਿਆਂ ਨੇ ਕਲਾਸਿਸ, ਤਾਂ ਬੱਚਿਆਂ ਦਾ ਕਹਿਣਾ ਇਹੀ ਸੀ ਕਿ ਸਾਨੂੰ MCQs ਵੀ ਕਰਵਾਏ ਜਾਣ, ਕਿ ਇੱਕ ਦੋ ਕਲਾਸਿਸ MCQs ਦੀ ਸਾਨੂੰ ਪਾ ਦਿੱਤੇ ਜਾਣ YouTube ਦੇ ਉੱਤੇ ਤਾਂ ਕਿ ਸਾਨੂੰ ਪਤਾ ਲੱਗ ਸਕੇ। ਤਾਂ ਅੱਜ ਦੀ ਬੇਸਿਕਲੀ ਜਿਹੜੀ ਤੁਹਾਡੀ ਆਪਣੀ ਕਲਾਸ ਹੋਏਗੀ ਉਹ ਐਕਸਕ੍ਰੀਟਰੀ ਸਿਸਟਮ ਉੱਤੇ ਹੋਏਗੀ। ਮਤਲਬ ਜੋ ਸਾਡੇ ਆਪਣੇ ਨੋਟਸ ਬਣਾਏ ਗਏ ਸੀ ਜਾਂ ਦੱਸੇ ਗਏ ਸੀ ਦੋਨੋਂ ਲੈਂਗੁਏਜ ਦੇ ਵਿੱਚ, ਇੰਗਲਿਸ਼ ਔਰ ਪੰਜਾਬੀ ਦੇ ਵਿੱਚ, ਅੱਜ ਉਹੀ ਕਲਾਸ ਤੁਹਾਡੀ ਆਪਣੀ ਕਿਹਦੇ ਵਿੱਚ ਮੈंने ਕਨਵਰਟ ਕੀਤੀ ਹੈ, MCQs ਦੇ ਉੱਤੇ ਕਨਵਰਟ ਕੀਤੀ ਹੈ। ਐਸਕੀਟਰੀ ਸਿਸਟਮ ਸਾਡੇ ਵਾਸਤੇ ਜਿਹੜਾ ਹੈਗਾ ਉਹ ਕੀ ਹੁੰਦਾ ਸੀ, ਇੱਕ ਪ੍ਰੋਸੈਸ ਸੀਗਾ ਜੋ ਇੱਕ ਬੋਡੀ ਦੇ ਵਿੱਚ ਜਿਹੜੇ ਟੌਕਸਿਸ ਅਕਮੂਲੇਟ ਹੋ ਰਹੇ ਨੇ, ਜਾਂ ਕਹਿ ਸਕਦੇ ਹੋ ਵੇਸਟ ਮਟੀਰੀਅਲ ਅਕਮੂਲੇਟ ਹੋ ਰਿਹਾ, ਉਹਨੂੰ ਬੋਡੀ ਦੇ ਵਿੱਚੋਂ ਕਿਸ ਤਰ੍ਹਾਂ ਬਾਹਰ ਕੱਢਿਆ ਜਾਊਗਾ। ਇਸ ਤੋਂ ਪਹਿਲਾਂ ਤੁਸੀਂ ਇੱਕ ਟੌਪਿਕ ਦੇਖਿਆ ਹੋਊਗਾ ਸਾਡੇ ਆਪਣੇ ਨੋਟਸ ਵਿੱਚ ਐਸਕ੍ਰੀਟਰੀ ਸਿਸਟਮ ਦਾ, ਜਿਸ 'ਚ ਆਪਾਂ ਨੇ ਨੈਸੈਸਰੀ ਆਰਗਨਸ ਦੀ ਗੱਲ ਕੀਤੀ ਸੀ, ਮੇਨ ਆਰਗਨਸ ਦੀ ਗੱਲ ਕੀਤੀ ਸੀ, ਔਰ ਉਹਨੂੰ ਮੇਨ ਕੋਰਸ ਦੇ ਨਾਲ ਜਿਹੜੇ ਹੈਗੇ ਤੁਹਾਡੇ ਆਪਣੇ ਅਸੈਸਰੀ ਆਰਗਨਸ ਦੀ ਗੱਲ ਕੀਤੀ ਸੀ, ਠੀਕ ਹੈ। ਅੱਜ ਦੀ ਜੋ ਕਲਾਸ ਤੁਹਾਡੀ ਮੇਨ ਰਹੇਗੀ ਉਹ MCQs ਬੇਸ ਉੱਤੇ ਕਲਾਸ ਹੋਊਗੀ। ਪਹਿਲੀ ਗੱਲ ਮੈਂ ਤੁਹਾਨੂੰ ਦੱਸਣਾ ਚਾਹੂੰਗਾ, ਇਸ ਲੈਕਚਰ ਦੇ ਨੀਚੇ ਜੋ ਤੁਹਾਨੂੰ ਵੀਡੀਓ ਲੈਕਚਰ ਤੁਹਾਨੂੰ ਪਾ ਦਿੱਤਾ ਜਾਊਗਾ, ਉਹਦੇ ਨੀਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਇੱਕ ਤੁਹਾਨੂੰ WhatsApp ਗਰੁੱਪ ਮਿਲੂਗਾ। ਇਸ WhatsApp ਗਰੁੱਪ ਨੂੰ ਤੁਸੀਂ ਫ੍ਰੀਲੀ ਤੌਰ ਤੇ ਜੁਆਇਨ ਕਰ ਸਕਦੇ ਹੋ। ਅਗਰ ਕਿਸੇ ਬੱਚੇ ਨੂੰ ਕੋਈ ਡਾਊਟ ਹੈ, ਕੁਝ ਵੀ ਹੈ ਕਲੈਰੀਫਾਈ ਕਰਨਾ ਚਾਹੁੰਦੇ ਹੋ ਤਾਂ WhatsApp ਗਰੁੱਪ ਜੁਆਇਨ ਕਰੋ। ਤੁਹਾਨੂੰ ਜਿਹੜੇ ਬਾਲਾ ਐਜੂਕੇਸ਼ਨ ਪੁਆਇੰਟ ਦੇ ਓਨਰਸ ਨੇ ਨਾਲ ਜਿਹੜੇ ਤੁਹਾਡੀ ਆਪਣੀ ਜੋ ਵੀ ਤੁਹਾਡੀ ਆਪਣੀ ਪ੍ਰੋਬਲਮ ਹੋਏਗੀ ਉਹਨੂੰ ਸੌਰਟ ਆਊਟ ਕੀਤਾ ਜਾਊਗਾ। ਅਗਰ ਫਿਰ ਵੀ ਕੋਈ ਡਾਊਟ ਹੈਗਾ ਤਾਂ ਇਸ ਨੰਬਰ ਤੇ ਤੁਸੀਂ ਆਪਣਾ ਕੰਟੈਕਟ ਕਰ ਸਕਦੇ ਹੋ। ਅਗਰ ਤੁਹਾਨੂੰ ਲੱਗਦਾ ਕਿ ਹਾਂ WhatsApp ਗਰੁੱਪ ਕਾਫੀ ਜ਼ਿਆਦਾ ਹੈਵੀ ਹੋ ਚੁੱਕਿਆ ਔਰ ਉਹ 'ਤੇ ਬੱਚੇ ਦੀ ਕੰਪਲੇਂਟਸ ਜਿਹੜੀ ਹੈਗੀਆਂ ਉਹ ਫਿਲਹਾਲ ਟੀਚਰਸ ਦੇ ਕਰਨੀ ਤੋਂ, ਕਿਉਂਕਿ ਅਨਕਾਊਂਟੇਬਲ ਬੱਚੇ ਐਡ ਕੀਤੇ ਗਏ ਨੇ ਤੇ ਇਸ ਕਰਕੇ ਜਿਹੜੇ ਹੈਗੇ ਨਹੀਂ ਸੌਰਟ ਆਊਟ ਹੋ ਰਹੇ, ਤਾਂ ਇਸ ਕਰਕੇ ਤੁਸੀਂ ਇਸ ਨੰਬਰ ਤੇ ਕੰਟੈਕਟ ਵੀ ਕਰ ਸਕਦੇ ਹੋ। ਕਲੀਅਰ ਹੈ ਜੀ। ਅੱਜ ਦੀ ਜੋ ਮੇਰੀ ਤੁਹਾਡੇ ਆਪਣੇ ਨਾਲ ਕਲਾਸ ਰਹੂਗੀ ਉਹ ਐਸਕੇਟਰੀ ਸਿਸਟਮ ਦੇ ਆਪਣੇ MCQ ਕਲਾਸ ਰਹੇਗੀ, ਜਿਹਦੇ ਵਿੱਚ ਤੁਹਾਡਾ ਆਪਣਾ ਫਸਟ ਕੁਐਸਚਨ ਇਹੀ ਨਿਕਲ ਕੇ ਪਹਿਲਾਂ ਆ ਰਿਹਾ ਹੈ ਕਿ ਜਿਹੜੀ ਐਸਕ੍ਰੀਟਰੀ ਸਿਸਟਮ ਹੈਗੀ ਤੁਹਾਡੀ ਆਪਣੀ, ਉਹ ਇੱਕ ਤਰ੍ਹਾਂ ਦੀ ਪ੍ਰੋਸੈਸ ਹੈ ਜੋ ਕਾਹਦਾ ਕੰਮ ਕਰਦੀ ਹੈ, ਠੀਕ ਹੈ। ਤਾਂ ਕੁਐਸਚਨ ਨੰਬਰ ਫਸਟ ਆਪਾਂ ਫਿਲਹਾਲ ਚੈੱਕ ਕਰ ਲੈਂਦੇ ਹਾਂ, ਦੋਨੋਂ ਲੈਂਗੁਏਜ ਵਿੱਚ ਦਿੱਤੇ ਹੋਏ ਨੇ, ਇੰਗਲਿਸ਼ 'ਚ ਵੀ ਔਰ ਪੰਜਾਬੀ ਦੇ ਵਿੱਚ ਵੀ ਹੈ। ਤਾਂ ਕੁਐਸਚਨ ਨੰਬਰ ਫਸਟ ਕੀ ਕਹਿੰਦਾ ਹੈ, ਦਾ ਬਾਇਓਲੋਜੀਕਲ ਪ੍ਰੋਸੈਸ ਥਰੂ ਵਿਚ ਦਾ ਟੌਕਸਿਸ ਰੈਜ਼ੀਡਿਊਲ। ਟੌਕਸਿਸ ਦਾ ਮਤਲਬ ਹੁੰਦਾ ਹੈ ਜਿਹੜੇ ਕਹਿ ਸਕਦੇ ਕਿ ਬੋਡੀ ਵਾਸਤੇ ਬਹੁਤ ਜ਼ਿਆਦਾ ਪੋਇਜ਼ਨਸ ਨੇ, ਹਾਨੀਕਾਰਕ ਨੇ, ਔਰ ਐਕਸਟਰਾ ਸਬਸਟੈਂਸ ਨੇ। ਰੈਜ਼ੀਡਿਊਲ ਦਾ ਮਤਲਬ ਹੁੰਦਾ ਹੈ ਐਕਸਟਰਾ ਸਬਸਟੈਂਸ ਨੇ ਫਾਰਮਡ ਇਨ ਦਾ ਬੋਡੀ, ਜੋ ਬੋਡੀ 'ਚ ਬਣਦੇ ਜਾ ਰਹੇ ਨੇ ਕਿਹੜੇ ਪ੍ਰੋਸੈਸ ਦੇ ਨਾਲ, ਮੈਟਾਬੋਲਿਜ਼ਮ ਪ੍ਰੋਸੈਸ ਦੇ ਨਾਲ। ਹੁਣ ਮੈਟਾਬੋਲਿਜ਼ਮ ਕੀ ਹੁੰਦਾ ਹੈ, ਇਸ ਚੀਜ਼ ਦੇ ਵਾਸਤੇ ਤੁਹਾਨੂੰ ਸਾਡਾ ਆਪਣਾ ਦੁਬਾਰਾ ਤੋਂ ਇੱਕ ਟੌਪਿਕ ਦੇਖਣਾ ਪਊਗਾ ਐਕਸਕ੍ਰੀਟਰੀ ਸਿਸਟਮ ਵਾਲਾ, ਜੋ ਤੁਹਾਡੇ ਆਪਣੇ YouTube ਦੇ ਉੱਤੇ ਆਲਰੇਡੀ ਬਾਲਾ ਐਜੂਕੇਸ਼ਨ ਪੁਆਇੰਟ ਨੇ ਆਪਣੇ ਚੈਨਲ ਦੇ ਉੱਤੇ ਪਾ ਰੱਖਿਆ ਹੈ। ਇਹਦਾ ਫਿਲਹਾਲ ਤੁਹਾਨੂੰ ਟੌਪਿਕ ਉਹਦੇ ਵਿੱਚ ਦੇਖਣਾ ਪਊਗਾ। ਤਾਂ ਇਸ ਪ੍ਰੋਸੈਸ ਨੂੰ ਅਸੀਂ ਕਿਹੜਾ ਪ੍ਰੋਸੈਸ ਬੋਲਦੇ ਹਾਂ, ਤਾਂ ਤੁਹਾਨੂੰ ਸਭ ਨੂੰ ਪਤਾ ਹੈ ਜਦੋਂ ਇੱਕ ਵੇਸਟ ਮਟੀਰੀਅਲ ਬੋਡੀ ਵਿੱਚ ਅਕਮੂਲੇਟ ਹੋ ਜੇ ਤਾਂ ਉਹ ਰੈਕਟਮ ਰਾਹੀਂ ਜਾਂ ਐਨਸ ਰਾਹੀਂ ਬੋਡੀ ਦੇ ਵਿੱਚੋਂ ਕੀ ਹੋ ਜਾਂਦਾ, ਬਾਹਰ ਹੋ ਜਾਂਦਾ, ਠੀਕ ਹੈ। ਤਾਂ ਉਸ ਪ੍ਰੋਸੈਸ ਨੂੰ ਅਸੀਂ ਕੀ ਬੋਲਦੇ ਹਾਂ, ਐਕਸਕ੍ਰੀਸ਼ਨ ਬੋਲਦੇ ਹਾਂ। ਤਾਂ ਟੌਪਿਕ ਫਿਲਹਾਲ ਦੇ ਵਿੱਚੋਂ ਡੈਫੀਨੇਸ਼ਨ ਦਿੱਤੀ ਹੋਈ ਹੈ, ਉਹਦੇ ਨੀਚੇ ਤੁਹਾਨੂੰ ਆਪਸ਼ਨ ਕਲੈਕਟ ਕਰਨੀ ਹੈ। ਤਾਂ ਆਪਸ਼ਨਾਂ ਦੇ ਅਕੋਰਡਿੰਗ ਫਿਲਹਾਲ ਚੈੱਕ ਕਰ ਲਓ। ਫਸਟ ਆਪਸ਼ਨ ਕਹਿੰਦੀ ਹੈ ਸਰਕੂਲੇਸ਼ਨ, ਨੋ। ਸੈਕਿੰਡ ਕਹਿੰਦੀ ਹੈ ਡਾਈਜੈਸ਼ਨ, ਨੋ। ਡਾਈਜੈਸ਼ਨ ਦਾ ਇੱਕ ਪਾਚਨ ਹੁੰਦਾ ਹੈ, ਉਸ ਚੀਜ਼ ਨੂੰ ਡਾਈਜੈਸਟ ਕਰਨਾ, ਠੀਕ ਹੈ। ਲੇਕਿਨ ਇਹਦੇ ਵਿੱਚ ਬੋਡੀ ਨੂੰ ਕੀ ਕੀਤਾ ਜਾਂਦਾ, ਐਕਸਟਰਾ ਪਦਾਰਥ ਕੀ ਕਰ ਦਿੰਦੀ ਹੈ, ਬਾਹਰ ਕਰ ਦਿੰਦੀ ਹੈ। ਤਾਂ ਉਹਨੂੰ ਅਸੀਂ ਕੀ ਬੋਲਦੇ ਆ, ਐਕਸਕ੍ਰੀਸ਼ਨ ਬੋਲਦੇ ਆ, ਠੀਕ ਹੈ ਜੀ। ਧਿਆਨ ਰੱਖਣਾ
क्वेश्चन नंबर फर्स्ट साडे वास्ते जिहड़ा आंसर लेके आया वो की लेके आया है, सी आंसर लेके आया है। और डी ऑप्शन साडे वास्ते रेस्पिरेशन है। रेस्पिरेशन तो तुहाडे अपने साह दी मतलब प्रणाली सिस्टम हुंदा है, या कह सकते हैं प्रणाली हुंदी है। साह लैण दे विच किहड़े-किहड़े नैसेसरी ऑर्गनस ने जो तुहानूं हैल्प करदे ने, इनहेल करना और एक्सहेल करना। तो आंसर फिलहाल साडे वास्ते टॉक्सिन मटीरियल नूं लेके आंसर आऊगा एक्सक्रीशन, ठीक है, निकास जिहनूं असीं बोलदे हां। नैक्सट आओ क्वेश्चन नंबर सैकेंड की गल करते हैं। वट आर द कंट्रोलिंग यूनिट ऑफ किडनी। हुण ध्यान रखियो, एक किडनी जिहड़ी हुंदी है वो कारा काम करती है, तुहानूं सब नूं पता है। वो एक तरह जिहड़ा काम करती है प्यूरीफिकेशन का काम करती है। लाइक जिहड़े भी गंदे पदार्थ ने या छलनी का काम करती है, चाह पुनी का काम करती है जिहड़ी किडनी हुंदी है, ठीक है। लेकिन किडनी नूं कंट्रोल करन दे वास्ते, किडनी नूं भी कंट्रोल करन वास्ते कोई ना कोई यूनिट होगी। उस यूनिट नूं कंट्रोल, ओह यूनिट जिहड़ी हैगी किडनी नूं की करती है, कंट्रोल करती है। तो फिलहाल हम देख लेना की किहड़ी चीज़ आऊगी। वैसे तो तुहानूं सब नूं पता, जो तुहानूं अपने नोट्स देखे सीगे, गुरदे नूं कंट्रोल करने वास्ते, नियंत्रण करने वास्ते जिहड़ी एक यूनिट आती है उन्होंने असीं की बोलते हैं, न्यूरॉन बोलते हैं, ठीक है। ये ध्यान रखियो, तुहाडे अपने नोट्स विच आपने कीता सी किडनी की प्रोसैस के बारे, उस न्यूरॉन की गल हुई सी। तो फिलहाल ऑप्शन चैक कर लो। ऑप्शन ए न्यूरॉन है, बी ऑप्शन एक्सोन है, सी ऑप्शन साडे वास्ते नैफ्रॉन है, या डी ऑप्शन साडे वास्ते की है, येलो फाइबर है। तो आंसर तुहाडे सामने दिता हुआ एक आंसर जिहड़ा तुहाडे सामने हैगा, साडे वास्ते किहड़ा आंसर बनूगा, तुहाडे वास्ते न्यूरॉन। लेकिन ध्यान रखियो, एक यूनिट की गल करदा पिया, यूनिट की। न्यूरॉन एक पदार्थ है जो किडनी दे विच है, लेकिन अगर मैं गल करा ਇਹਦੇ ਵਿੱਚ ਉਹਦੀ यूनिट ਨੂੰ कंट्रोल ਕਰਨ ਵਾਸਤੇ, ਉਹਦੇ ਵਾਸਤੇ ਇੱਕ चीज़ बनी है ਤੁਹਾਡੇ वास्ते, उस चीज़ का नाम की है, नैफ्रॉन है, ठीक है। बेटे पजल नहीं होना, मैंने इतने जरूर मैंशन किया था न्यूरॉन, लेकिन न्यूरॉन इज नॉट अ राइट आंसर फॉर किडनी कंट्रोलिंग, ठीक है। कंट्रोल करने यूनिट की गल करते हैं, किडनी च सामने न्यूरॉन की गल की है, लेकिन आंसर न्यूरॉन ने टिक मार करके आई हो। आंसर जो आऊगा थोड़े वास्ते नैफ्रॉन आऊगा, ठीक है। ध्यान रखना आंसर की बनूगा ये वास्ते, सी। चलो थोड़ी कन्फ्यूजिंग वास्ते मैं इतने डिलीट कर देना, ठीक है। ये पर ध्यान रखियो, न्यूरॉन सामने अपने नोट्स पढ़े है, लेकिन वो कंट्रोलिंग यूनिट नहीं हैगी। कंट्रोलिंग यूनिट साडे वास्ते की बन जाऊगी, नैफ्रॉन बनूगी, ठीक है जी। तो आंसर केड़ा होगा साडे पास सैकेंड क्वेश्चन का, वो सी आ जाऊगा। नैक्सट आओ थर्ड क्वेश्चन। थर्ड क्वेश्चन की कहता है ये, विच ऑफ द फॉलोइंग इज आर द नाइट्रोजनस वेस्ट। वेस्ट एक तरह का फॉर्म इन द बॉडी ऑफ एनीमल। ये ध्यान रखियो, एनीमल के विच जमा हो जाती है, तो एक नाइट्रोजन वेस्ट केड़ा होएगा। तो देखा जाए तो कोई फर्क ही नहीं है एक तरह का, मानव तो थोड़े अपने जंतु के विचकार या जानवर विचकार। लेकिन नाइट्रोजन वेस्ट की गल कर, तो साडे वास्ते किहड़ी चीज़ हो सकती है, कि वो यूरिया हो सकता है, या साडे वास्ते यूरिक एसिड हो सकता है, यूरिया भी हो सकता है, यूरिक एसिड भी हो सकता है, अमोनीया भी हो सकता है, सॉरी एमोनीया भी हो सकता है। इतने ध्यान रखना, अमोनीया भी हो सकता है, ठीक है। लेकिन अगर थोड़ा बहुत डिफरेंस देखा जाए तो एक ही मेन डिफरेंस है, और तुहानूं मैं बाद दसूँगा। लेकिन ये तीनों चीज़ां सही ने, एक मानव शरीर दे विच भी तीनों चीज़ां हुंदियां ने, एक जानवर दे विच भी ये चीज़ जिहड़ी हुंदी है पाई जाती है। तो आंसर जिहड़ा साडे वास्ते आऊगा, थर्ड क्वेश्चन का की आऊगा, डी ऑप्शन आऊगी, ऑल ऑफ दीज। सारी चीज़ां सही ने इहदे वास्ते, ठीक है जी। नैक्सट आओ क्वेश्चन नंबर फोर्थ की गल करिए। विच ऑफ द फॉलोइंग इज या आर पार्ट्स ऑफ किडनीज। हुण तुहाडे सामने जिहड़ी हैगी इहदे विच दसी हुई है, कहता ਇਹਦੇ ਵਿੱਚ ਕਿਹੜਾ ਕਿਡਨੀ ਦੇ 9 ਹਿੱਸਿਆਂ ਦੇ ਵਿੱਚ ਚੀਜ਼ਾਂ ਪਾਈ ਜਾਂਦੀਆਂ ਨੇ, ਕਿ ਹਾਰਟ ਪਾਇਆ ਜਾਂਦਾ, ਜਾਂ ਤੁਹਾਡੇ ਵਾਸਤੇ ਬ੍ਰਿਟਨੀ, ਕਾਲਮ ਆਫ ਬ੍ਰਿਟਨੀ ਪਾਈ ਜਾਊਗੀ, ਜਾਂ ਕੋਟੈਕਸ ਪਾਇਆ ਜਾਊਗਾ, ਜਾਂ ਆਲ ਆਫ ਦੀਸ ਪਾਇਆ ਜਾਊਗਾ। ਅਗਰ ਤੁਹਾਨੂੰ ਨੋਟਸ ਦੇਖੇ ਆ ਸਾਡੇ ਆਪਣੇ ਫਿਲਹਾਲ YouTube ਦੇ ਉੱਤੇ ਜਦੋਂ ਪੜ੍ਹਾਉਂਦੇ ਹੋਏ ਦੇਖਿਆ ਵੀ ਹੋਊਗਾ, ਤਾਂ ਜਦੋਂ ਵੀ ਗੁਰਦੇ ਦੀ ਕਿਸਮਾਂ ਦੀ ਗੱਲ ਕੀਤੀ ਜਾਂਦੀ ਹੈ ਜਾਂ ਹਿੱਸੇ ਦੀ ਗੱਲ ਕੀਤੀ ਜਾਂਦੀ ਹੈ, ਇਹ ਤਿੰਨੋਂ ਚੀਜ਼ਾਂ ਆਉਂਦੀਆਂ ਨੇ। ਹਾਰਟ भी आंदा, कॉलम ऑफ ब्रिटनी भी आंदा, ठीक है जी। उस तो बाद कॉटैक्स भी आंदा है। तो आंसर साडे वास्ते जिहड़ा बनूगा, किहड़ा आंसर आऊगा फोर्थ का, डी ऑप्शन साडे वास्ते की है, राइट है। ये सारे जिहड़े शब्द दिते हुए ने सारे साडे वास्ते की ने, सही ने, ठीक है जी। नैक्सट आओ, बहुत इंपॉर्टेंट क्वेश्चन है जो पिछले तुहाडे अपने क्वेश्चन पेपर दे विच पुछया गया सीगा। आर्टिफिशियल किडनी, जिन्हों तुसीं अपने डायलिसिस बोल सकते हो, ठीक है जी। डायलिसिस है खून नूं साफ करदी, किडनी का ही काम करती है। आर्टिफिशियल किडनी वाज फर्स्ट इंट्रोड्यूस्ड बाय द विलियम जे कॉल्फी। ये ध्यान रखियो, जिहड़ा नाम दिता गया है, एक किडनी के किसी बंदे का नाम दिता गया है, उन्होंने पूरा तुसीं नाम याद रखना है, विलियम जे कॉल्फ। कोई कॉल्फी बोल दिंदा, कोई कॉल्फ बोल दिंदा, लेकिन इन्हों का नाम की है, कॉल्फी है। जिहड़ी आर्टिफिशियल जिहड़ी किडनी इंट्रोड्यूस की गई सी विलियम जे कॉल्फ द्वारा,
ਉਹ 1920 ਦੇ ਵਿੱਚ ਕੀਤੀ ਗਈ ਸੀ 1920 ਦੇ ਵਿੱਚ। ਤਾਂ ਆਪਸ਼ਨ ਤੁਸੀਂ ਸਾਰੇ ਪੜ੍ਹ ਹੀ ਰਹੇ ਹੋਵੋਗੇ ਤਾਂ ਇੱਕੋ ਹੀ ਆਪਸ਼ਨ ਸਾਡੇ ਵਾਸਤੇ ਸਹੀ ਬਣੂਗੀ, ਦੈਟਸ ਕੋਲ ਆ 1920s। ਬੀ ਆਪਸ਼ਨ ਸਾਡੇ ਵਾਸਤੇ ਕੀ ਹੈ, ਰਾਈਟ ਹੈ। ਧਿਆਨ ਰੱਖਿਓ ਨਾਮ ਪੰਜਾਬੀ ਚ ਵੀ ਦਿੱਤਾ ਹੋਇਆ, ਅਗਰ ਇੰਗਲਿਸ਼ ਮੁਸ਼ਕਿਲ ਲੱਗਦਾ ਤਾਂ ਪੰਜਾਬੀ ਚ ਪੜ੍ਹਿਆ ਜਾ ਸਕਦਾ ਹੈ, ਵਿਲੀਅਮ ਜੇ ਕੋਲ, ਇਹ ਧਿਆਨ ਰੱਖਣਾ, ਠੀਕ ਹੈ। ਨੈਕਸਟ ਆਓ ਕੁਐਸਚਨ ਨੰਬਰ 6 ਦੀ ਗੱਲ ਕਰੀਏ। ਦ ਯੈਲੋ ਕਲਰ ਆਫ ਯੂਰਿਨ, ਤੁਹਾਨੂੰ ਸਭ ਨੂੰ ਪਤਾ ਹੈ ਜਦੋਂ ਇੱਕ ਯੂਰਿਨ ਦਾ ਕਲਰ ਦੇਖਿਆ ਜਾਂਦਾ ਹੈ ਉਹ ਇੱਕ ਯੈਲੋ ਕਲਰ ਵੀ ਹੁੰਦਾ, ਲਾਈਟ ਯੈਲੋ ਵੀ ਹੁੰਦਾ, ਡਾਰਕ ਵੀ ਹੁੰਦਾ, ਲੇਕਿਨ ਉਹ ਕਿਹੜੇ ਪਿਗਮੈਂਟ ਦੇ ਕਰਕੇ ਹੁੰਦਾ ਹੈ ਤਾਂ ਬਹੁਤ ਵਾਰੀ ਦੱਸ ਚੁੱਕਿਆ ਸੀ। ਉਸ ਪਿਗਮੈਂਟ ਨੂੰ ਅਸੀਂ ਕੀ ਬੋਲਦੇ ਆ, ਯੂਰੋਕ੍ਰੋਮ ਬੋਲਦੇ ਆ। ਧਿਆਨ ਰੱਖੀਏ ਯੂਰੋਕ੍ਰੋਮ, ਲੇਕਿਨ ਆਪਸ਼ਨਾਂ ਕੋਈ ਹੋਰ ਵੀ ਆ ਸਕਦੀਆਂ ਨੇ, ਨਾਮ ਕੋਈ ਹੋਰ ਵੀ ਹੋ ਸਕਦਾ ਹੈ। ਫਿਲਹਾਲ ਆਪਸ਼ਨ ਚੈੱਕ ਕਰ ਲੈਣਾ ਕੀ ਕਹਿੰਦੇ ਇਹਦੇ ਵਿੱਚ। ਤਾਂ 6th ਆਫ ਕੁਐਸਚਨ ਦੇ ਵਿੱਚ ਫਸਟ ਆਪਸ਼ਨ ਆਉਂਦੇ ਤੁਹਾਡੇ ਵਾਸਤੇ ਯੂਰੀਨੋਡਿਡ, ਠੀਕ ਹੈ ਜੀ, ਧਿਆਨ ਰੱਖਣਾ, ਪਰ ਇਹ ਨਹੀਂ ਹੁੰਦਾ ਪਿਗਮੈਂਟ। ਦੂਸਰਾ ਸਾਡੇ ਵਾਸਤੇ ਦਿੱਤਾ ਹੋਇਆ ਇਹਦੇ ਵਿੱਚੋਂ ਸਾਈਟੋਟ੍ਰੋਮ, ਤਾਂ ਇਹ ਵੀ ਸਾਡੇ ਵਾਸਤੇ ਗਲਤ ਹੈ। ਅਗਲਾ ਸਾਡੇ ਵਾਸਤੇ ਯੂਰਿਕ ਐਸਿਡ ਹੈ, ਇਹ ਵੀ ਗਲਤ ਹੈ। ਓਬਵੀਅਸਲੀ 3 ਗਲਤ ਨੇ, ਤਾਂ ਡੀ ਆਪਸ਼ਨ ਸਾਡੇ ਵਾਸਤੇ ਦਿੱਤੀ ਹੋਈ ਹੈ ਯੂਰੋਕ੍ਰੋਮ। ਇਹਨੂੰ ਮੈਂ ਕੀ ਕਰ ਦੇਣਾ ਉਰੇ, ਸਰਕਲ ਕਰ ਦੇਣਾ। ਡੀ ਕੁਐਸਚਨ ਦਾ ਤੁਹਾਡੇ ਵਾਸਤੇ ਜਿਹੜਾ 6th ਕੁਐਸਚਨ ਉਹਦਾ ਆਪਸ਼ਨ ਜਿਹੜਾ ਆਊਗਾ ਉਹ ਸਾਡੇ ਵਾਸਤੇ ਕਿਹੜਾ ਆਊਗਾ, ਡੀ ਆਪਸ਼ਨ ਆਊਗੀ, ਠੀਕ ਹੈ ਜੀ। ਇਹ ਧਿਆਨ ਰੱਖਣਾ, ਕੁਐਸਚਨ ਥੋੜੇ ਜਿਹੇ ਮੁਸ਼ਕਿਲ ਲੱਗਣਗੇ ਲੇਕਿਨ ਇਹ ਪਿਛਲੇ ਸਾਲਾਂ ਦੇ ਕੁਐਸਚਨ ਪੇਪਰ ਨੇ ਜੋ ਤੁਹਾਨੂੰ ਦਿਖਾਈ ਗਏ ਨੇ, ਠੀਕ ਹੈ ਜੀ। ਨੈਕਸਟ ਆਓ, ਕੁਝ ਕੁਐਸਚਨ ਐਕਸਟਰਾ ਕੀਤੇ ਨੇ ਤਾਂ ਕਿ ਤੁਹਾਨੂੰ ਪਤਾ ਲੱਗਦਾ ਰਹੇ। ਨੈਕਸਟ ਕਰਦੇ ਕੁਐਸਚਨ ਨੰਬਰ 6 ਤੋਂ ਬਾਅਦ 7th ਕੁਐਸਚਨ ਦੀ, ਵਿਚ ਆਫ ਦੀ ਫਲੋਇੰਗ ਡਸ ਨਾਟ ਵਰਕ। ਇਹਦੇ ਵਿੱਚੋਂ ਜਿਹੜਾ ਹੈਗਾ ਉਹ ਐਕਸਕ੍ਰੀਸ਼ਨ ਸਿਸਟਮ ਦਾ ਕੰਮ ਨਹੀਂ ਹੈਗਾ, ਠੀਕ ਹੈ। ਇਹ ਆਪਸ਼ਨ ਕਹਿੰਦੇ ਕੀ ਹੈ, ਰਿਮੂਵਲ ਆਫ ਮੈਟਾਬੋਲਿਜ਼ਮ ਵੇਸਟ ਫਰਮ ਦੀ ਬੋਡੀ, ਇਹ ਤਾਂ ਕਰਦੀ ਹੈ, ਕਰੈਕਟ ਹੈ। ਰੈਗੂਲੇਸ਼ਨ ਆਫ ਦੀ ਬੋਡੀ ਪੀਐਚ, ਠੀਕ ਹੈ ਜੀ, ਇਹ ਵੀ ਕਰਦੀ ਖੂਨ ਨੂੰ ਸਾਫ਼ ਕਰਨਾ, ਇਹ ਵੀ ਇੱਕ ਤਰੀਕਾ ਹੀ ਹੈ। ਪ੍ਰੋਡਕਸ਼ਨ ਆਫ ਇਮਿਊਨ ਐਲੀਮੈਂਟ, ਇਹਦੇ ਵਾਸਤੇ ਹੈ ਮੈਂ ਡਾਊਟਫੁਲ ਆ। ਉਸ ਤੋਂ ਬਾਅਦ ਡੀ ਆਪਸ਼ਨ ਫਿਲਹਾਲ ਚੈੱਕ ਕਰ ਲੈਂਦੇ ਆ। ਰੈਗੂਲੇਸ਼ਨ ਆਫ ਆਸਮੋਟਿਕ ਪ੍ਰੈਸ਼ਰ ਇਨ ਦਾ ਬਲੱਡ, ਇਹਦਾ ਕਰਦੀ ਹੈ। ਮਤਲਬ ਕਿ 3 ਚੀਜ਼ਾਂ ਹੈਗੀਆਂ ਨੇ। ਇੱਕ ਆਈਜੀ ਆਪਸ਼ਨ ਹੈ ਜਿਹੜੀ ਕੰਮ ਨਹੀਂ ਕਰਦੀ, ਉਹ ਸਾਡੇ ਵਾਸਤੇ ਕਿਹੜੀ ਆਪਸ਼ਨ ਆ ਜੂਗੀ, ਸੀ ਆਪਸ਼ਨ ਸਾਡੇ ਵਾਸਤੇ ਕੀ ਆਊਗੀ, ਕਰੈਕਟ ਆ ਜੂਗੀ। ਤਾਂ ਸੀ ਇਹਦੇ ਵਿੱਚ ਉਹਦਾ ਕੰਮ ਨਹੀਂ ਹੈਗਾ, ਤਾਂ ਇੱਥੇ ਮੈਂ ਕ੍ਰੋਸ ਕਰ ਦੇਣਾ, ਕ੍ਰੋਸ ਦਾ ਮਤਲਬ ਨਹੀਂ ਹੈ, ਠੀਕ ਹੈ। ਇਟ ਮੀਨ ਕਿ ਸੀ ਆਪਸ਼ਨ ਸਾਡੇ ਵਾਸਤੇ ਕੀ ਹੈ, ਰਾਈਟ ਹੈ। ਨੈਕਸਟ ਆਓ, ਅਗਲਾ ਪੁਆਇੰਟ ਹੈ ਫਰੋਮ ਵਿਚ ਬੋਮਨ ਕੈਪਸੂਲ ਇਜ਼ ਰਿਲੇਟਿਡ। ਕੈਪਸੂਲ ਦੀ ਗੱਲ ਕੀਤੀ ਗਈ ਹੈ, ਯਾਦ ਕਰੋ ਤੁਹਾਨੂੰ ਬਹੁਤ ਵਾਰੀ ਕਰਵਾਇਆ ਹੋਇਆ ਸੀਗਾ। ਕੈਪਸੂਲ ਦੀ ਸ਼ੇਪ ਦੇ ਵਿੱਚ ਤੁਹਾਡੀ ਬੋਡੀ ਦੇ ਵਿੱਚ ਇੱਕ ਆਰਗਨ ਪਾਇਆ ਜਾਂਦਾ, ਉਹਨੂੰ ਅਸੀਂ ਕੀ ਬੋਲਦੇ ਹਾਂ, ਕਿਡਨੀ ਬੋਲਦੇ ਹਾਂ। ਤੇ ਧਿਆਨ ਰੱਖਿਓ ਕਿਡਨੀ ਇਹਦਾ ਕੀ ਆਊਗਾ, ਰਾਈਟ ਆਨਸਰ ਆਊਗਾ, ਜਿਹਨੂੰ ਤੁਸੀਂ ਪੰਜਾਬੀ ਦੇ ਵਿੱਚ ਫਿਲਹਾਲ ਅਗਰ ਦੇਖਿਆ ਜਾਵੇ ਤਾਂ ਬਹੁਤ ਕੁਝ ਚੀਜ਼ਾਂ ਮਿਲਣ ਨੂੰ ਵੇਖਣਗੇ, ਲੇਕਿਨ ਇਹਦੇ ਵਿੱਚ ਪੰਜਾਬੀ 'ਚ ਵੀ ਕਿਡਨੀ ਹੀ ਲਿਖਿਆ ਗਿਆ ਹੈ, ਠੀਕ ਹੈ। ਤਾਂ ਆਨਸਰ ਫਿਲਹਾਲ ਤੁਹਾਡੇ ਸਾਹਮਣੇ ਦਿੱਤਾ ਹੋਇਆ ਕੁਐਸਚਨ ਦੇ ਵਿੱਚ। 8th ਕੁਐਸਚਨ ਦਾ ਆਨਸਰ ਆਊਗਾ ਤੁਹਾਡੇ ਵਾਸਤੇ ਆਪਸ਼ਨ ਦੇ ਅਕੋਰਡਿੰਗ ਸੀ ਆਨਸਰ ਇਹਦਾ ਕੀ ਆਊਗਾ, ਰਾਈਟ ਆਊਗਾ, ਕਿਡਨੀ, ਠੀਕ ਹੈ ਜੀ, ਸੀ। ਨੈਕਸਟ ਆਓ ਕੁਐਸਚਨ ਨੰਬਰ 9th, ਫਰੈਸ਼ ਯੂਰਿਨ ਇਜ਼ ਸਲਾਈਟਲੀ ਡੈਸ਼ ਇਨ ਨੇਚਰ। ਹੁਣ ਜਦੋਂ ਤੁਸੀਂ ਫਿਲਹਾਲ ਅਗਰ ਦੇਖਿਆ ਜਾਵੇ ਤਾਂ ਜਦੋਂ ਤੁਸੀਂ ਵਾਸ਼ਿੰਗ ਟਰਾਈ ਕਰਦੇ ਹੋ ਤਾਂ ਫਰੈਸ਼ ਯੂਰਿਨ ਜਿਹੜਾ ਹੁੰਦਾ ਕਿਹੜੀ ਨੇਚਰ 'ਚ ਪਾਇਆ ਜਾਂਦਾ ਹੈ, ਯੈਲੋ ਨਹੀਂ ਹੁੰਦਾ, ਉਹ ਹਮੇਸ਼ਾ ਐਸਿਡ ਦੀ ਨੇਚਰ ਦੇ ਵਿੱਚ ਹੀ ਪਾਇਆ ਜਾਊਗਾ। ਤਾਂ ਧਿਆਨ ਰੱਖਿਓ ਜੋ ਕੁਐਸਚਨ ਦੇ ਅਕੋਰਡਿੰਗ ਦੇਖਦੇ ਆ ਆਨਸਰ, ਤਾਂ ਕੁਐਸਚਨ ਫਸਟ ਦਾ ਬੇਸਿਕ ਹੋਊਗਾ। ਸੈਕਿੰਡ ਆਪਸ਼ਨ ਕਹਿੰਦਾ ਕਾਂਟ ਸੈਟ, ਸੀ ਆਪਸ਼ਨ ਸਾਡੇ ਵਾਸਤੇ ਐਸਿਡਿਕ ਦਿੱਤੀ ਹੋਈ ਹੈ, ਤਾਂ ਇਹ ਐਸਿਡਿਕ ਹੀ ਹੁੰਦਾ ਹੈ, ਇਹ ਧਿਆਨ ਰੱਖਿਓ ਜੀ। ਤਾਂ ਆਪਸ਼ਨ ਨੰਬਰ ਸਾਡੇ ਵਾਸਤੇ ਸੀ ਹੈ। ਨਿਊਟਰਲ ਕੁਝ ਵੀ ਹੋ ਸਕਦਾ, ਯੈਲੋ ਵੀ ਹੋ ਸਕਦਾ ਹੈ, ਐਸਿਡਿਕ ਵੀ ਹੋ ਸਕਦਾ ਹੈ। ਸਿੰਪਲ ਮਤਲਬ ਇੱਕ ਤਾਂ ਜਦੋਂ ਪਾਣੀ ਪੀਂਦੇ ਉਹਦਾ ਹਮੇਸ਼ਾ ਵਾਈਟਿਸ਼ ਕਲਰ ਹੁੰਦਾ ਹੈ, ਤਾਂ ਇਸ ਕਰਕੇ ਅਸੀਂ ਕੀ ਬੋਲਾਂਗੇ, ਐਸਿਡਿਕ ਕਲਰ ਹੀ ਬੋਲਾਂਗੇ। ਤਾਂ ਧਿਆਨ ਰੱਖਿਓ ਐਸਿਡਿਕ ਨੇਚਰ 'ਚ ਪਾਇਆ ਜਾਊਗਾ, ਸੀ ਆਪਸ਼ਨ ਸਾਡੇ ਵਾਸਤੇ ਕਰੈਕਟ ਹੋਏਗੀ। ਨੈਕਸਟ ਆਓ ਕੁਐਸਚਨ ਨੰਬਰ 10th, ਵੇਅਰ ਇਜ਼ ਅ ਯੂਰੀਆ ਪ੍ਰੋਡਿਊਸਡ। ਹੁਣ ਜਿਹੜਾ ਯੂਰੀਆ ਉਹ ਕਿੱਥੇ ਪ੍ਰੋਡਿਊਸ ਹੋਊਗਾ, ਤਾਂ ਯੂਰੀਆ ਵਾਸਤੇ ਇੱਕੋ ਹੀ ਮੇਨ ਆਰਗਨ ਹੈ, ਦੈਟਸ ਕੋਲ ਆ ਲੀਵਰ। ਦੱਸਣ ਦੀ ਲੋੜ ਨਹੀਂ ਹੈ, ਤੁਹਾਨੂੰ ਸਭ ਨੂੰ ਪਤਾ ਹੈ ਯੂਰੀਆ ਜਿਹੜਾ ਪ੍ਰੋਡਿਊਸ ਕੀਤਾ ਜਾਂਦਾ ਉਹ ਕਿੱਥੇ ਪ੍ਰੋਡਿਊਸ ਹੁੰਦਾ, ਲੀਵਰ ਦੇ ਵਿੱਚ ਪ੍ਰੋਡਿਊਸ ਹੁੰਦਾ ਹੈ। ਤਾਂ ਆਪਸ਼ਨ ਦਿੱਤੀ ਹੋਈਆਂ ਤੁਹਾਨੂੰ ਸਾਰੀਆਂ, ਲੇਕਿਨ ਰਾਈਟ ਆਨਸਰ ਸਾਡੇ ਵਾਸਤੇ ਇੱਕੋ ਹੀ ਬਣੇਗਾ, ਦੈਟਸ ਕੋਲ ਆ ਜਿਗਰ। ਪੰਜਾਬੀ ਦੇ ਵਿੱਚ ਜਿਗਰ ਮੈਂਸ਼ਨ ਕੀਤਾ ਹੋਇਆ, ਲੀਵਰ ਇਹਦਾ ਰਾਈਟ ਆਨਸਰ ਹੈ। ਗੋਲ ਬਲੈਡਰ ਨਹੀਂ ਕਰਦਾ, ਕਿਡਨੀ ਨਹੀਂ ਕਰਦਾ, ਯੂਨਿਟ ਬਲੈਡਰ ਨਹੀਂ ਕਰਦੀ, ਤਾਂ ਕਰਦੀ ਕੀ ਹੈ ਸਾਡੇ ਵਾਸਤੇ, ਲੀਵਰ, ਠੀਕ ਹੈ ਜੀ। ਨੈਕਸਟ ਆਓ ਕੁਐਸਚਨ ਨੰਬਰ 11th, ਬਹੁਤ ਈਜ਼ੀ ਕੁਐਸਚਨਸ ਨੇ ਪਰ ਅਗਰ ਸਮਝ ਕੇ ਕੀਤੇ ਜਾਣ ਤਾਂ ਹੋ ਵੀ ਜਾਣਗੇ। ਵਿਚ ਆਫ ਦੀ ਫਲੋਇੰਗ ਨਾਈਟ੍ਰੋਜਨ ਵੇਸਟ ਇਜ਼ ਮੋਸਟ ਟੌਕਸਿਕ ਫॉर ਦੀ ਹਿਊਮਨ। ਹੁਣ ਕਹਿੰਦਾ ਕਿਹੜਾ ਨਾਈਟ੍ਰੋਜਨ ਵੇਸਟ ਹੈ ਜਿਹੜਾ ਹਿਊਮਨ ਵਾਸਤੇ ਟੌਕਸਿਕ ਹੋ ਸਕਦਾ ਹੈ। ਤੇ ਧਿਆਨ ਰੱਖਿਓ ਹਿਊਮਨ ਦੇ ਵਿੱਚ ਵੀ ਤੇ ਤੁਹਾਡੇ ਆਪਣੇ ਜਿਹੜਾ ਤੁਹਾਡਾ ਆਪਣੇ ਐਨੀਮਲਸ ਨੇ ਉਹਨਾਂ ਵੀ ਘਰ ਸਾਰੇ ਪਾਉਂਦੇ ਨੇ, ਠੀਕ ਹੈ। ਅਮੋਨੀਆ ਵੀ ਹੋ ਗਿਆ, ਯੂਰੀਆ ਵੀ ਹੋ ਗਿਆ, ਯੂਰਿਕ ਐਸਿਡਸ ਵੀ ਹੋ ਗਿਆ, ਲੇਕਿਨ ਜਿਹੜਾ ਹਿਊਮਨ ਵਾਸਤੇ ਜ਼ਿਆਦਾ ਡੇਂਜਰਸ ਸਾਡੇ ਵਾਸਤੇ ਕਿਹੜਾ ਹੋਊਗਾ, ਅਮੋਨੀਆ ਹੋਏਗਾ। ਤੇ ਧਿਆਨ ਰੱਖਿਓ ਯੂਰਿਕ ਐਸਿਡ, ਵਾਟਰ, ਯੂਰੀਆ,
ਇਹ ਚੀਜ਼ਾਂ ਟੌਕਸਿਨਸ ਨਹੀਂ ਹੁੰਦੀਆਂ। ਅਮੋਨੀਆ ਜ਼ਿਆਦਾ ਤੁਹਾਡੇ ਵਾਸਤੇ ਕੀ ਹੋਊਗਾ, ਟੌਕਸਿਸ ਹੋਏਗਾ। ਤਾਂ 11ਵੇਂ ਕੁਐਸਚਨ ਦਾ ਸਾਡੇ ਵਾਸਤੇ ਆਨਸਰ ਆਊਗਾ ਏ। ਠੀਕ ਹੈ ਜੀ। ਨੈਕਸਟ ਆਓ ਕੁਐਸਚਨ ਨੰਬਰ 11 ਤੋਂ ਬਾਅਦ 12th ਦੀ ਗੱਲ ਕਰ ਦਈਏ। ਵਟ ਇਜ਼ ਅ ਫੰਕਸ਼ਨਲ ਯੂਨਿਟ ਆਫ ਦ ਐਕਸਕ੍ਰੀਟਰੀ ਸਿਸਟਮ ਔਰ ਕਿਡਨੀਜ਼ ਕੋਲਡ। ਹੁਣ ਇੱਥੇ ਫੰਕਸ਼ਨਲ ਯੂਨਿਟ ਦੀ ਗੱਲ ਕੀਤੀ ਗਈ ਹੈ। ਉੱਪਰ ਪੜ੍ਹ ਕੇ ਆਏ ਸੀ ਤੁਸੀਂ, ਨਿਊਰੋਨ ਨਹੀਂ ਟਿਕ ਮਾਰ ਕਰਕੇ ਆਣੀ। ਠੀਕ ਹੈ, ਨੈਫਰੋਨ ਸਾਡੇ ਵਾਸਤੇ ਯੂਨਿਟ ਹੈ, ਤਾਂ ਉਹ ਵੀ ਸਾਡੇ ਵਾਸਤੇ ਫੰਕਸ਼ਨ ਯੂਨਿਟ ਹੈ। ਇੱਥੇ ਵੀ ਕੁਐਸਚਨ ਫੰਕਸ਼ਨ ਯੂਨਿਟ ਬਾਰੇ ਹੀ ਪੁੱਛਿਆ ਗਿਆ ਹੈ, ਤਾਂ ਆਨਸਰ ਤੁਸੀਂ ਨਿਊਰੋਨ ਟਿਕ ਮਾਰਕ ਨਹੀਂ ਕਰਨਾ, ਧਿਆਨ ਰੱਖਿਓ ਨੈਫਰੋਨ ਕਰਨਾ ਹੈ। ਇਹ ਯਾਦ ਰੱਖਿਓ, ਕੰਟਰੋਲ ਕਰਨਾ, ਕਿਡਨੀ ਨੂੰ ਕੰਟਰੋਲ ਕਰਨਾ, ਉਹਦੀ ਯੂਨਿਟ ਵੀ ਸਾਡੇ ਵਾਸਤੇ ਕੀ ਹੈ, ਨੈਫਰੋਨ ਹੈ, ਨਾ ਕਿ ਤੁਹਾਡੇ ਵਾਸਤੇ ਕੀ ਹੈ, ਨਿਊਰੋਨ ਹੈ। ਤਾਂ ਮੈਂ ਡਾਇਰੈਕਟ ਆਨਸਰ ਟਿਕ ਮਾਰ ਕੀਤਾ ਹੈ ਕਿਉਂਕਿ ਬੱਚੇ ਦੀ ਕਨਫਿਊਜ਼ਿੰਗ ਕਰਨੀ ਜ਼ਰੂਰੀ ਹੈ। ਨੈਫਰੋਨ ਸਾਡੇ ਵਾਸਤੇ ਕੀ ਆਊਗਾ, ਰਾਈਟ ਆਨਸਰ ਆਊਗਾ। ਠੀਕ ਹੈ ਜੀ। ਨੈਕਸਟ ਆਓ ਕੁਐਸਚਨ ਨੰਬਰ 13। ਕੁਐਸਚਨ ਨੰਬਰ 13 ਚ ਕੀ ਕਹਿੰਦਾ, ਦ ਆਊਟਰ ਪਾਰਟ ਆਫ ਦੀ ਕਿਡਨੀ। ਅਗਰ ਨੋਟਸ ਦੇਖੇ ਹੋਣਗੇ, ਪੜ੍ਹਾਉਂਦੇ ਹੋਏ ਸੁਣਿਆ ਹੋਏਗਾ, ਤਾਂ ਆਊਟਰ ਪਾਰਟ ਤੁਹਾਨੂੰ ਸਭ ਨੂੰ ਪਤਾ, ਉਹਨੂੰ ਅਸੀਂ ਕੀ ਬੋਲਦੇ ਆ, ਕੋਰਟੈਕਸ ਬੋਲਦੇ ਆ। ਇਨਰ ਪਾਰਟ ਨੂੰ ਅਸੀਂ ਕੀ ਬੋਲਦੇ ਆ, ਮੈਡੂਲਾ ਬੋਲਦੇ ਆ। ਤੇ ਧਿਆਨ ਰੱਖਿਓ, ਤੇ ਗੱਲ ਪੁੱਛੀ ਕਿ ਕੱਲੇ ਆਊਟਰ ਪਾਰਟ ਦੀ ਕਿਡਨੀ ਦੀ, ਤਾਂ ਆਊਟਰ ਸਾਡੇ ਵਾਸਤੇ ਕੋਰਟੈਕਸ ਹੁੰਦਾ ਔਰ ਇਨਰ ਪਾਰਟ ਸਾਡੇ ਵਾਸਤੇ ਕੀ ਹੁੰਦਾ, ਮੈਡੂਲਾ ਹੁੰਦਾ। ਠੀਕ ਹੈ, ਤਾਂ ਕਿਡਨੀ ਦਾ ਜਿਹੜਾ ਆਊਟਰ ਪਾਰਟ ਹੋਏਗਾ ਉਹਨੂੰ ਅਸੀਂ ਕੀ ਬੋਲਦੇ ਆ, ਕੋਰਟੈਕਸ ਬੋਲਦੇ ਆ। ਆਪਸ਼ਨ ਦਿੱਤੀ ਹੋਣਗੀਆਂ, ਫਿਲਹਾਲ ਤੁਹਾਨੂੰ ਸਭ ਨੂੰ ਪਤਾ, ਲੇਕਿਨ ਕਰੈਕਟ ਵਨ ਤਾਂ ਇੱਕੋ ਹੀ ਹੈ ਔਰ ਸਾਡੇ ਸਾਹਮਣੇ ਦਿੱਤੀ ਹੋਈ ਹੈ, ਦੈਟਸ ਕੋਲ ਆ ਕੋਰਟੈਕਸ। ਤਾਂ ਇਹ ਆਪਸ਼ਨ ਸਾਡੇ ਵਾਸਤੇ ਕੀ ਹੈ, ਰਾਈਟ ਆਨਸਰ ਹੈ ਕੁਐਸਚਨ ਨੰਬਰ 13 ਨੂੰ ਲੈ ਕੇ। ਕਲੀਅਰ ਹੈ ਜੀ। ਨੈਕਸਟ ਆਓ ਕੁਐਸਚਨ ਨੰਬਰ 14 ਦੀ ਗੱਲ ਕਰ ਰਹੇ ਹਾਂ। ਕੁਐਸਚਨ ਨੰਬਰ 14 ਚ ਕੀ ਕਹਿੰਦੇ, ਇਹਦੇ ਵਿੱਚ glomerulus and the Bowman capsule of nephron are collectively called। ਕਹਿੰਦਾ ਕੀ ਹੈ, ਜਿਹੜੇ ਤੁਹਾਡੇ ਵਾਸਤੇ glomerulus ਔਰ Bowman capsule ਦਾ ਜਿਹੜਾ ਮਤਲਬ ਦੋਨਾਂ ਦਾ ਕਲੈਕਟਿਵ ਰੂਪ ਹੈ, ਉਹਨੂੰ ਅਸੀਂ ਕੀ ਬੋਲਦੇ ਹਾਂ। ਤੇ ਧਿਆਨ ਰੱਖਿਓ, ਉਹਨੂੰ ਅਸੀਂ ਬੋਲਦੇ ਹਾਂ ਮਲਗੀਗੀ। ਠੀਕ ਹੈ, ਧਿਆਨ ਰੱਖਿਓ, ਇੱਕ ਚੀਜ਼ ਬੋਲਦੇ ਹਾਂ ਅਸੀਂ ਕੀ ਬੋਲਾਂਗੇ, ਮਲਗੀਗੀ। ਬਹੁਤ ਇੰਪੋਰਟੈਂਟ ਕੁਐਸਚਨ ਹੈ। ਇਹਨਾਂ ਦੋਨਾਂ ਦੇ ਇਕੱਠੇ ਨਾਮ ਨੂੰ ਅਸੀਂ ਕਲੈਕਟ ਕਰਕੇ ਕੀ ਬੋਲਦੇ ਆ, ਮਲਗੀਗੀ। ਇੱਕ ਬੋਡੀ ਦਾ ਨਾਮ ਹੈ ਜਾਂ ਬੋਡੀ ਦੀ ਇੱਕ ਸਟਰਕਚਰ ਹੈ। ਤਾਂ ਆਨਸਰ ਤੁਹਾਡੇ ਸਾਹਮਣੇ ਫਿਲਹਾਲ ਕਾਫੀ ਦਿੱਤੇ ਹੋਏ ਨੇ। ਮਲਗੀਗੀ ਐਂਡ ਬੋਡੀ ਦਿੱਤਾ ਹੋਇਆ ਹੈ, ਲੂਪ ਆਫ ਹੈਲੇ ਦਿੱਤਾ ਹੋਇਆ ਹੈ, ਗੋਲਗੀ ਬੋਡੀ ਦਿੱਤਾ ਹੋਇਆ ਜਾਂ ਰੈਟਲ ਟਿਊਬਲ ਦਿੱਤਾ ਹੋਇਆ। ਤਾਂ ਆਪਸ਼ਨ ਦੇ ਅਕੋਰਡਿੰਗ ਤੁਸੀਂ ਪੰਜਾਬੀ ਦੇਖ ਲਓ ਤਾਂ ਉਹਦੇ ਵਿੱਚ ਵੀ ਸੇਮ ਮਿਲ ਜਾਏਗਾ, ਚਾਹੇ ਇੰਗਲਿਸ਼ ਚੈੱਕ ਕਰ ਲਓ ਉਹਦੇ ਵਿੱਚ ਵੀ ਸੇਮ ਮਿਲ ਜਾਏਗਾ। ਤਾਂ ਆਨਸਰ ਸਾਡੇ ਵਾਸਤੇ ਇੱਕੋ ਹੀ ਦਿੱਤਾ ਹੋਇਆ, ਏ ਆਪਸ਼ਨ। 14 ਕੁਐਸਚਨ ਦਾ ਏ ਆਪਸ਼ਨ ਆਏਗਾ। ਕਲੀਅਰ ਹੈ ਜੀ। ਥੋੜਾ ਜਿਹਾ ਮੁਸ਼ਕਿਲ ਲੱਗੂਗਾ ਬਟ ਇੰਪੋਰਟੈਂਟ ਕੁਐਸਚਨ ਸੀ। ਨੈਕਸਟ ਦੇਖੋ ਕਹਿੰਦਾ ਕੀ ਹੈ, ਇਨ ਕੁਐਸਚਨ ਨੰਬਰ 15 ਦੇ ਵਿੱਚ ornithine cycle enzyme arginine breaks into the arginine। ਹੁਣ ਧਿਆਨ ਰੱਖਿਓ, ਇੱਕ ਇੰਜ਼ਾਈਮ ਹੈ, ਉਹ ਤੁਹਾਡੇ ਆਪਣੇ ਕਿਹਦੇ ਵਿੱਚ ਟੁੱਟਦਾ, ਅਰਗੇਨਾਈਨ ਦੇ ਵਿੱਚ ਟੁੱਟਦਾ। ਤਾਂ ਉੱਥੇ ਇੱਕ ਇੰਜ਼ਾਈਮ ਬਣਦਾ, ਉਹ ਦੋ ਚੀਜ਼ਾਂ ਨੂੰ ਲੈ ਕੇ ਬਣਦਾ। ਸਾਡੇ ਵਾਸਤੇ ਕਿਹੜਾ ਹੋਊਗਾ, ਜਦੋਂ ਵੀ ਤੁਹਾਡੇ ਵਾਸਤੇ, ਮੈਂ ਇੱਥੇ ਇੱਕ ਵਾਰੀ ਤੁਹਾਨੂੰ ਦੱਸ ਦੇਣਾ, ਜਦੋਂ ਵੀ ਤੁਹਾਡੇ ਵਾਸਤੇ ਗੱਲ ਪੁੱਛੀ ਜਾਵੇ ornithine ਦੀ, ਠੀਕ ਹੈ, ornithine ਦੀ ਗੱਲ ਕੀਤੀ ਜਾਊਗੀ, ਤੇ ਜਿਹੜਾ ਰਿਲੇਸ਼ਨ ਰਹੂਗਾ ਉਹ ਯੂਰੀਆ ਦੇ ਨਾਲ ਤਾਂ ਰਹੂਗਾ ਪਲੱਸ ਜਿਹੜਾ ਇਹਦਾ ਰਿਲੇਸ਼ਨ ਰਹੂਗਾ ornithine ਦੇ ਨਾਲ ਵੀ ਰਹੂਗਾ। ਇਹ ਨਾ ਸੁਣਿਓ ਕਿ ਇਹ ਟੁੱਟ ਗਿਆ ਤਾਂ ਕੋਈ ਨਵਾਂ ਸਬਸਟੈਂਸ ਬਣ ਜਾਊਗਾ, ਨਹੀਂ, ਇਹ ਤਾਂ ਆਊਗਾ ਹੀ ਆਊਗਾ, ornithine ਤਾਂ ਆਊਗਾ ਹੀ ਆਊਗਾ, ਪਲੱਸ ਜਿਹੜਾ ਇਹਦਾ ਦੂਸਰਾ ਰੂਪ ਹੁੰਦਾ ਸਾਡੇ ਵਾਸਤੇ ਕੀ ਬਣਦਾ, ਉਹ ਇੱਕ ਯੂਰੀਆ ਬਣੂਗਾ। ਤੇ ਧਿਆਨ ਰੱਖਿਓ, ਆਪਸ਼ਨ ਆ ਫਿਲਹਾਲ ਚੈੱਕ ਕਰ ਲਓ ਕਿਹੜੀ ਕਿਹੜੀ ਦਿੱਤੀ ਹੋਈ ਹੈ, ਪੰਜਾਬੀ ਦੇ ਅਕੋਰਡਿੰਗ ਜਾਂ ਇੰਗਲਿਸ਼ ਦੇ ਅਕੋਰਡਿੰਗ। ਸਿਰਫ ਦੋ ਹੀ ਆਪਸ਼ਨ ਚੈੱਕ ਕਰੋ ਜੇ ਦੋਨਾਂ 'ਚ ਹੋਇਆ। ਯੂਰੀਆ ਤੁਹਾਡੇ ਆਪਣੇ ਫਸਟ ਆਪਸ਼ਨ 'ਚ ਵੀ ਹੈ, ਯੂਰੀਆ ਤੁਹਾਡੇ ਆਪਣੇ ਡੀ ਆਪਸ਼ਨ 'ਚ ਵੀ ਹੈ, ਪਰ ਡੀ ਆਪਸ਼ਨ ਦੇ ਵੀ ਤੁਹਾਡੇ ਆਪਣਾ ਸਿਟਰੋਲਿਨ ਦਿੱਤਾ ਹੋਇਆ ਹੈ, ਇਹਦਾ ਪੜ੍ਹਨ ਦੀ ਲੋੜ ਨਹੀਂ ਹੈ। ਲੇਕਿਨ ਹਾਂ, ਇਹ ਆਪਸ਼ਨ ਤੁਹਾਡੇ ਆਪਣੇ ਕੀ ਦਿੱਤਾ ਹੋਇਆ, ornithine ਦਿੱਤਾ ਹੋਇਆ। ਤੇ ਧਿਆਨ ਰੱਖਿਓ 15ਵੇਂ ਕੁਐਸਚਨ ਜਿਹੜਾ ਆਨਸਰ ਬਣੂਗਾ ਤੁਹਾਡੇ ਵਾਸਤੇ ਉਹ ਏ ਆਪਸ਼ਨ ਬਣੂਗੀ। ਕਲੀਅਰ ਹੈ ਜੀ। ਇਹ ਦੋਨੋਂ ਧਿਆਨ ਰੱਖਿਓ, ਜਦੋਂ ornithine ਇੰਜ਼ਾਈਮ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਹ ਇੰਜ਼ਾਈਮ ਟੁੱਟ ਕੇ ਯੂਰੀਆ ਦੀ ਫਾਰਮ ਦੇ ਵਿੱਚ ਆਉਂਦਾ, ਲੇਕਿਨ ornithine ਪੂਰਾ ਨਹੀਂ ਟੁੱਟਦਾ। ਠੀਕ ਹੈ, ਇਹ ਧਿਆਨ ਰੱਖਣਾ। ਨੈਕਸਟ ਆਓ दूसरी गल करिए, वट इज़ द क्वेश्चन नंबर 16 दी, वट इज़ द pH वैल्यू ऑफ ह्यूमन यूरिन। कहता एक ह्यूमन यूरिन का pH वैल्यू कितना होंदा है, 6 ही होंदा है। 10th क्लास के 9th क्लास बच्चा आम तौर पर पढ़ता ही है, ठीक है, ये 6 ही होंदा है। तो ऑप्शन फिलहाल चेक कर लो, सीधी आंसर दिता होया, दसन की लोड़ नहीं है। तो ऑप्शन के अकॉर्डिंग जो आंसर आऊगा थोड़े वास्ते की आऊगा, सी ऑप्शन आऊगी। ठीक है, 6 ही होंदा है, ये ध्यान रखियो pH वैल्यू। नैक्सट आओ अगली गल करिए, क्वेश्चन नंबर 17 दी, हाउ मच ब्लड डस अवर हार्ट पंप पर साइकिल। पर साइकिल मतलब एक साइकिल सिस्टम, मतलब साढ़े वास्ते एक चक्कर के अकॉर्डिंग ਜਿਹੜਾ ਹਾਰਟ ਹੈ, ਠੀਕ ਹੈ, ਉਹ ਬਲੱਡ ਨੂੰ ਕਿੰਨੀ ਵਾਰੀ, ਕਿੰਨੇ ਮਤਲਬ ml ਦੇ ਵਿੱਚ, ਠੀਕ ਹੈ, ਕੀ ਕਰੇਗਾ,
ਤੁਹਾਡੇ ਵਾਸਤੇ ਪੰਪ ਕਰੇਗਾ। ਧਿਆਨ ਰੱਖਿਓ ml ਦੇ ਵਿੱਚ ਹੋਣਾ ਜ਼ਰੂਰੀ ਹੈ, ਲੀਟਰ ਦੇ ਵਿੱਚ ਨਹੀਂ ਹੁੰਦਾ। ਤਾਂ ਸਾਡੇ ਵਾਸਤੇ ਜਿਹੜਾ ਆਨਸਰ ਬਣੂਗਾ ml ਦੇ ਅਕੋਰਡਿੰਗ, ਹਰੇਕ ਆਪਸ਼ਨ 70 ਦੇ ਅਕੋਰਡਿੰਗ ਦਿੱਤੀ ਵੀ ਹੈ, ਲੇਕਿਨ ਦੇਖਣਾ ਕੀ ਹੈ ਮਿਲੀਲੀਟਰ ਦੇਖਣਾ ਹੈ, ਤਾਂ ਮਿਲੀਲੀਟਰ ਦੇ ਅਕੋਰਡਿੰਗ ਆਨਸਰ ਬਣੂਗਾ ਤੁਹਾਡਾ ਆਪਣਾ 70 ml। ਤਾਂ ਆਨਸਰ ਫਿਲਹਾਲ ਤੁਹਾਡੇ ਸਾਹਮਣੇ ਦਿੱਤਾ ਹੋਇਆ ਹੈ, ਸੀ ਆਪਸ਼ਨ ਸਾਡੇ ਵਾਸਤੇ ਕੀ ਹੈ ਕਰੈਕਟ ਹੈ ਕੁਐਸਚਨ ਨੰਬਰ 17 ਦੀ। ਨੈਕਸਟ ਆਓ ਕੁਐਸਚਨ ਨੰਬਰ 18 ਦੀ ਗੱਲ ਕਰੀਏ। ਕੁਐਸਚਨ ਨੰਬਰ 18 ਚ ਕਹਿੰਦਾ ਵਿਚ ਆਫ ਦੀ ਫਲੋਇੰਗ ਵੇਸਟ ਨੀਡਸ ਮੋਰ ਵਾਟਰ ਟੂ ਰਿਮੂਵ ਆਊਟ ਆਫ ਦਾ ਬੋਡੀ। ਕਹਿੰਦਾ ਕਿਹੜਾ ਵੇਸਟ ਐਸਾ ਹੈ ਜਿਹਦੇ ਵਾਸਤੇ ਸਾਨੂੰ ਕਾਫੀ ਜ਼ਿਆਦਾ ਪਾਣੀ ਚਾਹੀਦਾ ਹੈ ਤਾਂ ਕਿ ਬੋਡੀ ਦੀ ਜੋ ਚੀਜ਼ ਕੀ ਹੋ ਸਕੇ ਰਿਮੂਵ ਹੋ ਸਕੇ। ਤਾਂ ਧਿਆਨ ਰੱਖਿਓ ਹਿਊਮਨ ਵਾਸਤੇ ਅਮੋਨੀਆ ਸਭ ਤੋਂ ਜ਼ਿਆਦਾ ਨਾਈਟ੍ਰੋਜਨ ਵੇਸਟ ਕੀ ਹੁੰਦਾ ਕਾਫੀ ਟੌਕਸਿਕ ਹੁੰਦਾ ਤੇ ਇਹਨੂੰ ਰਿਮੂਵ ਕਰਨ ਵਾਸਤੇ ਸਾਨੂੰ ਪਾਣੀ ਚਾਹੀਦਾ। ਤਾਂ ਆਨਸਰ ਦਿੱਤਾ ਹੋਇਆ ਫਿਲਹਾਲ, ਬਾਕੀ ਚੀਜ਼ਾਂ ਤੁਸੀਂ ਦੇਖ ਸਕਦੇ ਹੋ, ਲੇਕਿਨ ਜਿਨ੍ਹਾਂ ਨੇ ਮੇਰੇ ਨਾਲ ਕਲਾਸਿਸ ਲਗਾਈਆਂ ਨੇ ਠੀਕ ਹੈ YouTube ਦੇ ਉੱਤੇ ਵੀ ਦੇਖਿਆ ਹੋਏਗਾ, ਤਾਂ ਆਨਸਰ ਬੱਚਾ ਜਿਹੜਾ ਟਿਕ ਮਾਰਕ ਕਰੂਗਾ ਉਹ ਸੀ ਆਪਸ਼ਨ ਹੀ ਕਰਕੇ ਆਊਗਾ। ਠੀਕ ਹੈ ਜੀ, ਅਮੋਨੀਆ ਧਿਆਨ ਰੱਖਣਾ। ਨੈਕਸਟ ਆਓ ਕੁਐਸਚਨ ਨੰਬਰ 19 ਕੁਐਸਚਨ ਚ ਕੀ ਕਹਿੰਦਾ ਈਚ ਕਿਡਨੀ ਹੈਜ਼ ਨੀਅਰਲੀ ਸਟਰਕਚਰ ਆਫ ਨੈਫਰੋਨ ਕੰਪਲੈਕਸ ਟਿਊਬਲਰ। ਠੀਕ ਹੈ, ਹਰੇਕ ਕਿਡਨੀ ਦੇ ਵਿੱਚ ਇੱਕ ਨੈਫਰੋਨ ਕੰਪਲੈਕਸ ਟਿਊਬਲਰ ਪਾਏ ਜਾਂਦੇ ਨੇ। ਠੀਕ ਹੈ, ਉਹ ਕਿੰਨੇ ਤੱਕ ਦੇ ਹੋਣਗੇ? ਨੋਟਸ ਦੇ ਵਿੱਚ ਅਗਰ ਯਾਦ ਕੀਤਾ ਹੋਵੇ ਤਾਂ ਅਸੀਂ ਪੜ੍ਹੇ ਸੀ 10 ਲੱਖ ਜਾਂ 10 ਲੱਖ ਤੋਂ ਥੋੜਾ ਜਿਹਾ ਉੱਪਰ ਸੀਗੇ, 10,000 10 ਲੱਖ 500 ਸਮਥਿੰਗ ਕੁਝ ਸੀਗੇ। ਠੀਕ ਹੈ, ਤਾਂ ਆਪਸ਼ਨ ਦੇ ਅਕੋਰਡਿੰਗ ਅਪਰੋਕਸੀਮੇਟ ਦੀ ਗੱਲ ਕਰੀਏ ਤਾਂ 10 ਲੱਖ ਦੀ ਅਮਾਊਂਟ ਜਾਂ ਕਹਿ ਸਕਦੇ 10 ਲੱਖ ਦੇ ਨੈਫਰੋਨ ਟਿਊਬਲਰ ਸਾਨੂੰ ਦਿੱਤੇ ਹੋਏ ਨੇ। ਤਾਂ ਆਨਸਰ ਜਿਹੜਾ ਬਣੂਗਾ ਤੁਹਾਡੇ ਵਾਸਤੇ ਉਹ ਬੀ ਆਨਸਰ ਬਣ ਜਾਊਗਾ ਕੁਐਸਚਨ ਨੰਬਰ 19 ਦਾ। ਕੁਐਸਚਨ ਈਜ਼ੀ ਬਹੁਤ ਨੇ, ਧਿਆਨ ਰੱਖਣਾ ਜੀ। ਠੀਕ ਹੈ, ਨੈਕਸਟ ਆਓ ਅਗਲੀ ਗੱਲ ਕਰੀਏ। ਅਗਲੇ ਕੁਐਸਚਨ ਦੇ ਵਿੱਚ ਜੋ ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹਨੂੰ ਮੈਂ ਹੈਸ਼ਟੈਗ ਦੇ ਰਿਹਾ। ਕਹਿੰਦਾ ਕਿ ਨੈਫਰੋਨ ਇਜ਼ ਮੇਡ ਆਫ, ਜਿਹੜੀ ਨੈਫਰੋਨ ਹੈ ਉਹ ਕਾਹਦੀ ਬਣੀ ਹੁੰਦੀ ਹੈ? ਤਾਂ ਦੇਖਿਆ ਹੋਵੇ ਤਾਂ ਸਾਡੇ ਵਾਸਤੇ ਕੀ ਹੁੰਦਾ ਟਿਊਬਲਰ ਵੀ ਹੁੰਦੀ ਹੈ ਔਰ ਕੈਪਸੂਲ ਵੀ ਹੁੰਦਾ। ਠੀਕ ਹੈ, ਤੇ ਨੈਫਰੋਨ ਸਾਡੇ ਵਾਸਤੇ ਕੀ ਹੋਊਗਾ ਟਿਊਬਲਰ ਵੀ ਹੋਊਗਾ ਔਰ ਕੈਪਸੂਲ ਵੀ ਹੋਊਗਾ। ਤਾਂ ਆਪਸ਼ਨ ਹੈ ਫਿਲਹਾਲ ਕਿਹੜੀ ਚੈੱਕ ਕਰ ਲੈਣੇ ਆਪਾਂ। ਟਿਊਬਲਰ ਦਿੱਤੀ ਹੋਈ ਹੈ ਫਸਟ ਆਪਸ਼ਨ 'ਚ, ਹਾਂਜੀ ਕਰੈਕਟ ਹੈ। ਬੀ ਆਪਸ਼ਨ 'ਚ ਰੈਨਲ ਕੈਪਸੂਲ ਦਿੱਤਾ ਹੋਇਆ, ਕੈਪਸੂਲ ਤਾਂ ਹੁੰਦਾ ਹੀ ਹੁੰਦਾ, ਹਾਂਜੀ ਕਰੈਕਟ ਹੈ। ਹੁਣ ਦੋ ਕੁਐਸਚਨ ਟਿਕ ਮਾਰਕ ਹੋ ਗਏ, ਦੋ ਆਪਸ਼ਨਾਂ ਟਿਕ ਮਾਰਕ ਹੋ ਗਈਆਂ, ਤਾਂ ਆਨਸਰ ਸਾਡਾ ਕੀ ਬਣੂਗਾ ਡੀ, ਏ ਔਰ ਬੀ। ਧਿਆਨ ਰੱਖਿਓ ਆਨਸਰ ਕਿਹੜਾ ਬਣੂਗਾ ਸਾਡੇ ਵਾਸਤੇ ਡੀ। ਨੈਕਸਟ ਹੋ ਕੁਐਸਚਨ ਨੰਬਰ 21 ਦੀ ਗੱਲ ਕਰੀਏ। ਫਰੋਮ ਵਿਚ ਐਫਰੈਂਟ ਐਪਰੋਟੋਲ, ਠੀਕ ਹੈ ਜੀ ਰਿਪੀਟ ਕਰ ਰਿਹਾ, ਫਰੋਮ ਵਿਚ ਮੈਨੂੰ ਇੱਥੇ ਆਨਸਰ ਦਾ ਪਤਾ ਲੱਗ ਗਿਆ ਜਦੋਂ ਇਹਨਾਂ ਨੇ ਗੱਲ ਕੀਤੀ ਹੈ ਐਫਰਨ ਐਟਰੋਇਲ ਦੀ। ਠੀਕ ਹੈ, ਧਿਆਨ ਰੱਖਿਓ ਐਫਰਨ ਐਟਰੋਇਲ ਜਿਹੜਾ ਹੁੰਦਾ ਹੈ ਗਲੋਮਰਸ ਐਂਡ ਐਫਰਨ ਟਰੋਇਲ ਆਰ ਰਿਲੇਟਿਡ। ਠੀਕ ਹੈ, ਦੋਨੋਂ ਕਿਹਦੇ ਵਿੱਚ ਮੇਨਲੀ ਪਾਏ ਜਾਂਦੇ ਨੇ? ਜਦੋਂ ਵੀ ਤੁਹਾਨੂੰ ਮੈਂ ਦੱਸਿਆ ਸੀ ਪਹਿਲਾਂ ਵੀ, ਜਦੋਂ ਐਫਰਨ ਐਟਰੋਇਲ ਦੀ ਗੱਲ ਕੀਤੀ ਜਾਂਦੀ ਹੈ ਔਰ ਐਫਰਨ ਟਰੋਇਲ ਦੀ ਗੱਲ ਕੀਤੀ ਜਾਂਦੀ ਹੈ, ਔਰ ਸਾਰਾ ਜਿਹੜਾ ਮਤਲਬ ਰਿਲੇਸ਼ਨ ਹੁੰਦਾ ਕਿਹਦੇ ਨਾਲ ਹੁੰਦਾ ਐਕਸਕ੍ਰੀਟਰੀ ਸਿਸਟਮ ਦੇ ਨਾਲ ਹੁੰਦਾ। ਤਾਂ ਆਪਸ਼ਨ ਹੈ ਫਿਲਹਾਲ ਚੈੱਕ ਕਰ ਲਓ। ਫਸਟ ਆਪਸ਼ਨ 'ਚ ਕਹਿੰਦਾ ਕੀ ਹੈ ਰੀਪਰੋਡਕਟਿਵ ਸਿਸਟਮ, ਦੂਸਰਾ ਨਰਵਸ ਸਿਸਟਮ, ਥਰਡ ਹੈਗਾ ਤੁਹਾਡਾ ਪਾਚਨ ਸਿਸਟਮ। ਤਾਂ ਗਲਤ ਹੈ ਤਿੰਨੋਂ ਆਪਸ਼ਨਾਂ। ਠੀਕ ਹੈ, ਤਾਂ ਆਨਸਰ ਸਾਡੇ ਵਾਸਤੇ ਇੱਕੋ ਹੀ ਹੈ, ਸਾਡੇ ਵਾਸਤੇ ਨਿਕਾਸ ਪ੍ਰਣਾਲੀ। ਤਾਂ ਡੀ ਆਪਸ਼ਨ ਸਾਡੇ ਵਾਸਤੇ ਕੀ ਹੋ ਜੂਗੀ ਰਾਈਟ ਆਨਸਰ ਆਊਗਾ। ਕਲੀਅਰ ਹੈ ਜੀ, ਕਲੀਅਰ ਹੈ। ਨੈਕਸਟ ਆਓ ਕੁਐਸਚਨ ਨੰਬਰ 22 ਦੀ ਗੱਲ ਕਰੀਏ। ਅਮਾਊਂਟ ਆਫ ਵਾਟਰ ਇਨ ਦਾ ਯੂਰਿਨ, ਜਿਹੜੀ ਇੱਕ ਪਾਣੀ ਦੀ ਮਾਤਰਾ ਹੈ ਯੂਰਿਨ ਦੇ ਵਿੱਚ ਨਾਰਮਲ ਟੈਂਪਰੇਚਰ ਦੇ ਵਿੱਚ ਕਿੰਨੇ % ਪਾਈ ਜਾਂਦੀ ਹੈ? ਤਾਂ 95% ਯੂਰਿਨ ਮਤਲਬ ਅਮਾਊਂਟ ਪਾਈ ਜਾਂਦੀ ਹੈ ਪਾਣੀ ਦੀ ਯੂਰਿਨ ਦੇ ਵਿੱਚ। ਬਾਕੀ ਚੀਜ਼ਾਂ ਤੁਹਾਡੀ ਆਪਣੀ ਸਕਿਨ ਰਾਹੀਂ ਜਾਂ ਪਸੀਨੇ ਰਾਹੀਂ ਬਾਹਰ ਨਿਕਲ ਜਾਂਦੀਆਂ ਨੇ, ਲੇਕਿਨ ਮੇਨਲੀ ਜਿਹੜਾ ਵਾਟਰ ਦੀ ਅਮਾਊਂਟ ਹੈ ਯੂਰਿਨ ਦੇ ਵਿੱਚ ਕਿੰਨੇ % ਰਹਿੰਦੀ ਹੈ? ਅਬਾਊਟ 95%। ਠੀਕ ਹੈ ਜੀ, ਤਾਂ ਆਨਸਰ ਦੋਨਾਂ ਜਿਹੜਾ ਤੁਹਾਡਾ ਆਪਣਾ ਕੁਐਸਚਨ ਦਾ ਆਨਸਰ ਆਏਗਾ ਉਹ ਸਾਡੇ ਵਾਸਤੇ ਕੀ ਆਊਗਾ ਸੀ ਆਪਸ਼ਨ ਸਾਡੇ ਵਾਸਤੇ ਕੀ ਹੋਊਗੀ ਰਾਈਟ ਹੋਊਗੀ ਅਬਾਊਟ 95%। ਨੈਕਸਟ ਆਓ ਕੁਐਸਚਨ ਨੰਬਰ 23 ਦੀ ਗੱਲ ਕਰ ਰਹੇ ਹਾਂ। 23 ਕੀ ਕਹਿੰਦਾ देयर ਆਰ ਯੂਟਰਸ ਇਨ ਦਾ ਹਿਊਮਨ ਬੋਡੀ। ਹਿਊਮਨ ਬੋਡੀ ਦੇ ਵਿੱਚ ਜੀ ਯੂਟਰਸ ਹੁੰਦੇ ਨੇ ਉਹ ਕਿੰਨੇ ਹੁੰਦੇ ਨੇ? 2 ਹੀ ਹੁੰਦੇ ਨੇ, ਤੁਹਾਨੂੰ ਸਭ ਨੂੰ ਪਤਾ ਹੈ, ਦੱਸਣ ਦੀ ਲੋੜ ਨਹੀਂ ਹੈ। ਤਾਂ ਆਨਸਰ ਫਿਲਹਾਲ ਡਾਇਰੈਕਟ ਦਿੱਤਾ ਹੋਇਆ, ਪੜ੍ਹਨ ਦੀ ਲੋੜ ਨਹੀਂ ਹੈ। ਤਾਂ ਬੀ ਆਪਸ਼ਨ ਸਾਡੇ ਵਾਸਤੇ ਸਹੀ ਆਨਸਰ ਹੈ ਇਹਦੇ ਵਿੱਚ ਬੀ। ਠੀਕ ਹੈ ਜੀ, ਯੂਟਰਸ 2 ਹੀ ਹੁੰਦੇ ਨੇ ਮਾਨਵ ਸਰੀਰ ਦੇ ਵਿੱਚ। ਕੁਐਸਚਨ ਨੰਬਰ 24 ਵਿਚ ਵਨ ਆਫ ਦੀ ਫੋਲੋਇੰਗ ਇਨ ਦਾ ਕੇਸ ਆਫ ਅਬਨੋਰਮਲ ਯੂਰਿਨ। ਅਬਨੋਰਮਲ ਯੂਰਿਨ ਮਤਲਬ ਜਿਹੜਾ ਯੂਰਿਨ ਪਾਸ ਹੁੰਦਾ ਹੈ ਉਹ ਮੇਨਲੀ ਕਿਹੜੇ ਕਾਰਨ ਕਰਕੇ ਅਬਨੋਰਮਲ ਹੋ ਜਾਂਦਾ, ਕਿਹੜੀ ਚੀਜ਼ਾਂ ਮੇਨਲੀ ਉਹਦੇ ਵਿੱਚ ਪਾਈ ਜਾਂਦੀਆਂ ਨੇ? ਤਾਂ ਫਿਲਹਾਲ ਆਪਸ਼ਨ ਚੈੱਕ ਕਰ ਲੈਣ ਦੇ ਵਿੱਚ ਕੀ ਹੋਊਗਾ ਗਲਾਈਕੋਪੀਨ ਹੋਊਗਾ ਬੀ ਏ ਆਪਸ਼ਨ ਦੇ ਅਕੋਰਡਿੰਗ, ਬੀ ਆਪਸ਼ਨ ਦੇ ਅਕੋਰਡਿੰਗ ਜੌਂਡਿਸ ਹੋ ਸਕਦਾ ਹੈ, ਜਾਂ ਸੀ ਆਪਸ਼ਨ ਦੇ ਅਕੋਰਡਿੰਗ ਕਟੋਨੂਰੀਆ ਕੀਟੋਨ ਹੋ ਸਕਦਾ ਹੈ, ਜਾਂ ਆਲ ਆਫ ਥੀਸ ਹੋ ਸਕਦਾ ਹੈ। ਤਾਂ ਅਬਨੋਰਮਲ ਯੂਰਿਨ ਵਾਸਤੇ ਤਿੰਨੋਂ ਹੀ ਇੱਕ ਤਰ੍ਹਾਂ ਦੇ ਕਹਿ ਸਕਦੇ ਆ।
सबसटांस मेनली पाए जाते हैं। तो आंसर जोड़ा आऊगा थोड़े वास्ते वो डी ऑप्शन आऊगा। ठीक है, साइंस के थोड़े अपने नाम ने, साइंटिफिक नेम ने। फिलहाल इनू फिजिकल एजुकेशन इस तरह ही पढ़ने की कोशिश करनी है। अगर इंग्लिश नहीं समझ आती तो पंजाबी ऑलरेडी तुहानूं सारा कुछ मैंशन किया हुआ है। ठीक है, नैक्सट आओ क्वेश्चन नंबर 25 की गल करिए। डायलिसिस यूनिट इज डैश। जो डायलिसिस है तुहानूं सब नूं पता है वो किडनी वास्ते किया जाता मेनली। तो आर्टिफिशियल किडनी एक यूनिट होंगी है। तो आंसर डायरैक्ट दिता है थोड़े वास्ते बी ऑप्शन, नकली गुर्दे। ठीक है जी, तो डायलिसिस जी होंगी है मेनली काहदे वास्ते की जाती है, मेनली वो किडनी का ही काम करती है। ठीक है, जो किडनी वर्क नहीं करती तो डायलिसिस किया जाता है। ठीक है, फेलर ऑफ किडनी कह सकते हैं। नैक्सट आओ क्वेश्चन नंबर 26 की गल करते हैं। 26 की कहता है, डायबिटीज इनस्पिट एज, ठीक है, डिसीज इज कोज बाय द डेफिशिएंसी ऑफ विच हारमोन। कहता किहड़े हारमोन की कमी करके, ठीक है, जी डायबिटीज पाई जाती है इनसिपिड वालियां, वो किहड़े हारमोन करके पाई जाती, किहड़े हारमोन की घाट होंगी है। तो मैं तुहानूं वैसे ही दस देना, ये जो हारमोन पाया जाता किहड़ा पाया जाता है, वोसिसोप्रिन पाया जाऊगा। ये ध्यान रखियो, साइंटिफिक नाम ने जो साइंस के बच्चे अक्सर याद करते हैं। तो विधि फिलहाल ऑप्शन चैक करके तुहानूं याद आना चाहता है। तो ऑप्शन के जो फर्स्ट नाम दिता है साडे वास्ते कहदा हो सोनाटोटोसिन है, बी ऑप्शन साडे वास्ते ग्लाकोन है, या सी ऑप्शन साडे वास्ते इंसुलिन है। तो डी ऑप्शन मैनूं सारी दित्ती हुई है फिलहाल ये पंजाबी के फिलहाल तुसीं स्पैलिंग चैक कर सकते हो, वॉस्टिप्रेसिन दिता होया, लेकिन इंग्लिश साडे वास्ते ये बेटर दी हुई है। ठीक है, तो ध्यान रखियो ये नाम तुसीं इस तरह ही याद करना है। तो डी ऑप्शन है मेनली बायो के बच्चे चीज़ों याद रखते हैं। ठीक है जी, नैक्सट क्वेश्चन नंबर 27। 27 च कहता की है, द बायोलॉजिकल प्रोसेस थ्रू विच ऑफ द टॉक्सिस रिड्यूसेस सबस्टांस formed in the body due to metabolism process is called। ਹੁਣ एक रिपीटेड क्वेश्चन है। ठीक है, फर्स्ट क्वेश्चन आप करके आए हैं, इस करके मैं तुहानूं दसना पहले ही दस दूंगा। ये आंसर जो आऊगा थोड़े पासों केड़ा आऊगा, निकास एक्सक्रीशन ਇਹਦਾ ਕੀ ਹੋਊਗਾ ਸਾਡੇ वास्ते राइट आंसर आऊगा। ये रिपीटेड क्वेश्चन है, फर्स्ट क्वेश्चन आप ऊपर करके आए थे। ठीक है, उस तो बाद नैक्सट आओ क्वेश्चन नंबर 28 के उत्ते, विच ऑफ द फॉलोइंग नाइट्रोजन वेस्ट फॉर्म इन द बॉडी ऑफ एनिमल। ये भी एक तरह की अपना रिपीटेड क्वेश्चन है, ਜਿਹੜਾ ਤੁਹਾਡੇ ਆਪਣੇ ਕਿਹੜੇ ਪੁਆਇੰਟ ਜਿਹੜੇ ਕਿਹੜੇ ਤੁਹਾਡੇ ਐਨੀਮਲ 'ਚ ਪਾਏ ਜਾਂਦੇ ਨੇ। ਤਾਂ ਤਿੰਨੋਂ ਸਾਡੇ ਪਾਏ ਜਾਂਦੇ ਨੇ, ਅਮੋਨੀਆ ਵੀ ਪਾਇਆ ਜਾਂਦਾ ਹੈ, ਯੂਰੀਆ ਵੀ ਪਾਇਆ ਜਾਂਦਾ ਹੈ, ਔਰ ਯੂਰਿਕ ਐਸਿਡ ਵੀ ਪਾਇਆ ਜਾਂਦਾ ਹੈ। ਤਾਂ ਸਾਡੇ ਵਾਸਤੇ ਆਲ ਆਫ ਦਿਸ ਆਨਸਰ ਇਹਦਾ ਕੀ ਆਊਗਾ, ਰਾਈਟ ਹੋਊਗਾ। ਠੀਕ ਹੈ, ਰਿਪੀਟਡ ਕੁਐਸਚਨ ਸੀ ਦੋਨੋਂ। ਨੈਕਸਟ ਆਓ ਕੁਐਸਚਨ ਨੰਬਰ 28 9 ਕਰਦੇ ਆ ਫਿਲਹਾਲ। 9 ਕੀ ਕਹਿੰਦਾ ਇਹਦੇ ਵਿੱਚ, 9 क्वेश्चन कह रहा है 29, विच ऑफ द फॉलोइंग नाइट्रोजन बेस इज मोर टॉक्सिक फॉर ह्यूमन। ये भी एक रिपीटेड क्वेश्चन सीगा। ਇਹਦੇ ਵਾਸਤੇ ਜਿਹੜਾ ਆਨਸਰ ਆਊਗਾ ਤੁਹਾਡੇ ਵਾਸਤੇ ਉਹ ਅਮੋਨੀਆ ਆਊਗਾ। ਠੀਕ ਹੈ, ਤਾਂ ਕੁਐਸਚਨ ਧਿਆਨ ਰੱਖਿਓ ਇਸ ਤਰ੍ਹਾਂ ਹੀ ਉਠਾਏ ਗਏ ਨੇ, ਤਾਂ ਤੁਹਾਨੂੰ ਪਤਾ ਹੈ ਕਿਹੜਾ ਤੁਹਾਡੇ ਵਾਸਤੇ ਬੈਟਰ ਹੋਏਗਾ। ਤਾਂ ਇਹ ਰਿਪੀਟਡ ਕੁਐਸਚਨ ਅਕੋਰਡਿੰਗ ਤੁਹਾਨੂੰ ਪਤਾ ਹੋਊਗਾ ਆਨਸਰ, ਫਿਲਹਾਲ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕਿਆ ਸੀਗਾ। ਠੀਕ ਹੈ ਜੀ, ਨੈਕਸਟ ਆਓ ਕੁਐਸਚਨ ਨੰਬਰ 30 ਵਾਸਤੇ ਕੀ ਕਹਿੰਦਾ ਹੈ, विच ऑफ द फॉलोइंग वेस्ट नीड्स फॉर मोर वाटर टू रिमूव आउट ऑफ द बॉडी के आउट करने वास्ते केड़ा ऐसे टॉक्सिक चीज़ है जो ज़्यादा पानी तो बाहर निकलेगा। तो अमोनिया एक ऐसी चीज़ है जो बाहर निकलेगी। तो क्वेश्चन नंबर 30 का जो आंसर आऊगा वो साढ़े वास्ते ए आऊगा। ठीक है जी, नैक्सट आओ अगला क्वेश्चन है थोड़े वास्ते। अगला क्वेश्चन 31 की गल कर रहे हैं। क्वेश्चन नंबर 31 क्वेश्चन थोड़े वास्ते की कहता है, विच ऑफ द फॉलोइंग वेस्टर्स इज मोर सोल्यूबल इन वाटर। कहता ऐसा केड़ा वेस्ट है ਜਿਹੜਾ पानी ਦੇ ਵਿੱਚ ਘੁਲਣਸ਼ੀਲ ਹੁੰਦਾ ਹੈ, सोल्यूबल ਹੁੰਦਾ है। तो हानिकारक भी अमोनीया, घुलनशील वाला भी अमोनीया। ठीक है, तो इस करके साढ़े वास्ते जो आंसर आऊगा, बाकी चीज़ें घुलनशील वालियाँ ਤੁਹਾਡੇ वास्ते नहीं है। तो आंसर साढ़े वास्ते एक आऊगा, एक तरह का अमोनीया। 31 का आंसर आऊगा ਤੁਹਾਡੇ वास्ते ए। ठीक है जी, ये ध्यान रखना, यही टॉक्सिस मेन ਹੁੰਦਾ है। नैक्सट आओ क्वेश्चन नंबर 32 की गल करिए, विच ऑफ द फॉलोइंग इज नॉट अ अमोनियोजेलिटिक ऑर्गेनिज्म। ठीक है, अमोनियोजेलिक ऑर्गेनिजम्स पहली गल तो नहीं है, गल की है। ठीक है, जड़ा नहीं है नॉट वाली गल की गई क्वेश्चन के। ठीक है, तो ध्यान रखियो, तो आंसर साढ़े वास्ते जो आंसर आऊगा एक ऑर्गेनिज्म के अकॉर्डिंग ह्यूमन नहीं आ सकता।
तो ऑप्शन फिलहाल सारी चेक कर लो। फर्स्ट ऑप्शन है हुमेन जो साढ़े वास्ते राइट है, दूसरा साढ़े वास्ते है प्लेनियर, सी साढ़े वास्ते अमीबा, थर्ड डी ऑप्शन साढ़े वास्ते हैगी एक आर्चफॉर्म। तो आंसर साढ़े सामने गिवन है ये हुमेन। क्वेश्चन नंबर 32 का ए आंसर आऊगा। ठीक है जी। नैक्सट आओ क्वेश्चन नंबर 33 ਦੇ ਵਿੱਚ ਕੀ ਕਹਿੰਦਾ ਹੈ ਵਿਚ ਵਨ ਆਫ ਦੀ ਫਲੋਇੰਗ ਇਜ਼ ਨੋਟ ਆ ਯੂਰੋਲੈਟਿਕ ऑर्गेनिज्म। पहला गल की सी एमब्रियोलॉजी की, ठीक है। हुण गल करन जा रहा तुहाडे वास्ते यूरोलैटिक की, ठीक है। तेरे विच सारे आएंगे, प्लेन एरिया नहीं रखा जाऊगा। वैसे इन प्लेन बोलते कई जाने, तेरा नाम बस अपने आप दे विच प्लान है, ठीक है। ध्यान रखना, बहुत गलत बोलिया जाता कई बार इदा, ठीक है। तो हुमेन आऊगा, वेल भी आऊगी, फ्रॉग भी आऊगा, आ तीनों आएंगे। बस आ एक लास्ट वाला नहीं आता प्लान। पंजाबी च ठीक लिखा हुआ है, बोलने के बच्चे के कई बार आ जाती है। तो ध्यान रखियो ये नहीं है, बाकी है ने। तो डी ऑप्शन साढ़े वास्ते की है, डी ए राइट आंसर आऊगा क्वेश्चन नंबर 33 का। ठीक है जी। नैक्सट देख लेना 34 क्वेश्चन। क्वेश्चन नंबर 34 च की कहता है विच ऑफ द फॉलोइंग इज अ यूरोलैटिक ऑर्गेनिज्म। हुण उन्होंने पूछा होगा जिहड़ा तुहाडे वास्ते है वो किहड़ा होएगा, ठीक है। नीचे यूरोलैटिक ऑर्गेनिज्म की गल की गई है कि वह साढ़े वास्ते रेप्टाइल होएगा, बी ऑप्शन साढ़े वास्ते पंछी होंगे, या सी ऑप्शन साढ़े वास्ते लैंड स्नेल्स एंड इंसैक्ट्स होंगे, या डी ऑप्शन साढ़े वास्ते ऑल ऑफ दीज होंगे। तो सारे ही करैक्ट ने, ठीक है। तो ऑल ऑफ दीज साढ़े वास्ते की आऊगा, राइट आंसर आऊगा क्वेश्चन नंबर 34 का। डी आंसर साढ़े वास्ते राइट है। नैक्सट आओ क्वेश्चन नंबर 35 की गल कर रहे हैं। अमोनिया फॉर्मड इन आउट ऑफ द बॉडी इज कन्वर्टेड इन यूरिया बाय कि जो अमोनीया तुहाडे अपनी बॉडी के विच बाहर निकलना है और यूरिया के विच कन्वर्ट हो जाता है, वो किहदी हैल्प नाल होगा। तो जो भी अमोनीया की गल की जाती है उसका रिलेशन तुहाडे अपने जिगर दे नाल हुंदा है, लीवर दे नाल हुंदा है। तो कन्वर्ट करन दी विधि भी किहड़े ऑर्गन नाल होगी, तुहाडे अपने लीवर दे नाल। तो आंसर जिहड़ा बनूगा तुहाडे वास्ते वो किहड़ा बनूगा, बी लीवर। इहदा तुहाडे वास्ते राइट आंसर आऊगा, लीवर। नैक्सट है क्वेश्चन नंबर 36। विच वन ऑफ द फॉलोइंग इज नॉट द नाइट्रोजन बेस्ड। केड़ा नहीं है नाइट्रोजन बेस्ड, जो बॉडी च कम्यूलेट नहीं होगा, ठीक है। तो बॉडी च कम्यूलेट करने वास्ते ऑप्शन फिलहाल चेक कर लो। यूरिक एसिड साढ़े वास्ते हैगा है, यूरिया साढ़े वास्ते नाइट्रोजन एसिड्स है या वेस्ट है, क्रिएटिनिन साढ़े वास्ते नाइट्रोजन बेस्ड है, लेकिन कार्बन डाइऑक्साइड नाल दे नाल असीं बाहर आउट कर देने हैं, ठीक है। तो ध्यान रखियो आंसर यही आऊगा, डी। आंसर यही आऊगा, डी। ये ध्यान रखना जी। नोट की गल की है तो नोट के अकॉर्डिंग डी आंसर तुहाडा की होगा, राइट होएगा। क्लीयर है। नैक्सट आओ क्वेश्चन नंबर 37 की गल करिए। क्वेश्चन नंबर 37 च की कहता है विच ऑफ द फॉलोइंग इज इनकरैक्ट रिलेटेड टू द गुआने, ठीक है। तो गुआनो भी कह सकते हैं, गुआने भी बोल देंगे ने। इनकरैक्ट है तो ध्यान रखियो इन गुआनो जिहड़ा हुंदा है तुहाडे वास्ते गुआनो हुंदा है वो बर्ड्स का एक्सक्रीटरी सिस्टम होंदा है, ना कि तुहाडे अपने ह्यूमन का होंदा है। तो बर्ड्स से रिलेटेड किहड़ा होएगा, एक्सक्रीटरी ऑर्गन होगा तुहाडे अपने किस विच पाया जाता है, बर्ड्स के विच पाया जाता ऑर्गन होएगा, ठीक है। तो ऑप्शन फिलहाल चेक कर लो क्वेश्चन नंबर 37 दिया। इट इज द फेसिस ऑफ द बर्ड्स, नो, ठीक है। इट हैज़ अ यूरिक एसिड, नो। उस तो बाद इट इज तुहाडे वास्ते यूज एज द फर्टिलाइजर, नो। करैक्ट नहीं है पूछ रहा तुहाडे वास्ते। तो ध्यान रखना एक्सक्रीटरी सिस्टम साढ़े वास्ते नहीं होंदा। तो पहला दस दिन क्वेश्चन नंबर 37 का ये गुआनो जोड़ा होएगा कभी भी एक्सक्रीटरी सिस्टम बॉडी के यूज नहीं किया जाता बर्ड्स के विच। बाकी सारी चीज़ां साढ़े वास्ते सही हैगियां ने। मैंने पहला तुहानूं दस्सिया सी कि एक्सक्रीटरी सिस्टम वो तुहाडे अपने बर्ड्स का, जबकि नहीं है। ये ध्यान रखना इनकरैक्ट है साढ़े वास्ते। तो जिहड़ा आंसर आऊगा तुहाडे वास्ते किहड़ा आऊगा, डी आऊगा। 37 का आंसर की बन जूगा, डी। आ गलत है, इनकरैक्ट की गल पूछ रहे हो तुहाडे वास्ते। मैं तो एक्चुअल करैक्ट देख लिया तो इनकरैक्ट है, तो डी आंसर साढ़े वास्ते की होगा, गलत होएगा, ठीक है। नैक्सट आओ क्वेश्चन नंबर 38 की गल करिए। 38 च की कहता है विच ऑफ द फॉलोइंग इज इनकरैक्ट रिलेट टू द किडनी। इनकरैक्ट की गल कर रहे हैं, ठीक है। इनकरैक्ट तो देखो साढ़े वास्ते की होगा, इट इज़ वेट अबाउट द 120 जी ग्राम होंगी है। तो राइट आंसर ही है साढ़े पासे का, सही है, ठीक है। इट हैज़ बीन शेप्ड स्ट्रक्चर, मतलब ये भी थोड़ा पता है भी ये शेप एक शेप की फॉर्म के ही पाई जाती है, तो यह भी करैक्ट है, ठीक है। नैक्सट देखो तुहाडे वास्ते अगला पॉइंट की कहता है, सी ऑप्शन इट इज़ द मेन एक्सक्रीटरी ऑर्गन इन ह्यूमन च पाया जाता है, सही है।
राइट किडनी इज स्लाइटली अप, ਜਿਹੜੀ ਰਾਈਟ ਵਾਲੀ ਕਿਡਨੀ ਹੁੰਦੀ ਹੈ ਕਹਿੰਦਾ ਥੋੜੀ ਜਿਹੀ ਉੱਪਰ ਵੱਲ ਹੁੰਦੀ ਹੈ। ਇਹ ਗਲਤ ਹੈ, ਇਹ ਗਲਤ ਹੈ, ਡੀ ਆਪਸ਼ਨ ਗਲਤ ਹੈ। ਤਾਂ ਆਨਸਰ ਸਾਡੇ ਵਾਸਤੇ ਇਨਕਰੈਕਟ ਦੇਖਣਾ ਸੀ, ਠੀਕ ਹੈ, ਇਨਕਰੈਕਟ ਹੀ ਦੇਖਣਾ ਸੀ ਤੇ ਡੀ ਆਨਸਰ ਸਾਡੇ ਵਾਸਤੇ ਕੀ ਆਊਗਾ, ਰਾਈਟ ਆਊਗਾ, ਡੀ। ਨੈਕਸਟ ਆਓ ਕੁਐਸਚਨ ਨੰਬਰ 39 ਕੀ ਕਹਿੰਦਾ, ਵਿਚ ਆਫ ਦੀ ਫਲੋਇੰਗ ਆਰ ਦੀ ਪਾਰਟਸ ਆਫ ਕਿਡਨੀ, ਕਿਡਨੀ ਸੇ ਕਿਹੜੇ ਕਿਹੜੇ ਪਾਰਟਸ ਪਾਏ ਜਾਂਦੇ ਨੇ। ए ਆਪਸ਼ਨ ਕੋਰਟੈਕਸ, ਹਾਂਜੀ ਪਾਈ ਜਾਂਦੀ ਹੈ। ਬੀ ਸਾਡੇ ਵਾਸਤੇ ਮੋਡੂਲਾ ਪਾਈ ਜਾਂਦੀ ਹੈ। ਕੋਰਟੈਕਸ ਤੁਹਾਡੇ ਵਾਸਤੇ ਕੀ ਹੁੰਦੀ ਹੈ, ਆਊਟਰ ਪਾਰਟ ਹੁੰਦੀ ਹੈ। ਮੋਡੂਲਾ ਤੁਹਾਡੇ ਵਾਸਤੇ ਕਿਹੜਾ ਹੁੰਦਾ, ਇਨਰ ਪਾਰਟ ਹੁੰਦਾ ਹੈ। ਔਰ ਸੀ ਆਪਸ਼ਨ ਸਾਡੇ ਵਾਸਤੇ ਦਿੱਤੀ ਹੋਈ ਹੈ ਕਾਲਮਸ ਆਫ ਬ੍ਰਿਟਨੀ, ਤੇ ਆ ਵੀ ਸਾਡੇ ਵਾਸਤੇ ਪਾਈ ਜਾਂਦੀ ਹੈ। ਤਾਂ ਜਿਹੜਾ ਆਪਸ਼ਨ ਹੈ ਤੁਹਾਡੇ ਵਾਸਤੇ ਆਲ ਆਫ ਥੀਸ, ਇਹ ਸਾਡੇ ਵਾਸਤੇ ਕੀ ਹੋਊਗਾ, ਰਾਈਟ ਹੋਊਗਾ। ਕੁਐਸਚਨ ਨੰਬਰ 39 ਦਾ ਡੀ ਆਣਾ ਚਾਹੀਦਾ ਹੈ, ਠੀਕ ਹੈ, ਡੀ ਹੀ ਆਊਗਾ। ਫਿਲਹਾਲ ਆਣਾ ਕੀ ਚਾਹੀਦਾ, ਆਊਗਾ ਹੀ, ਠੀਕ ਹੈ। ਨੈਕਸਟ ਆਓ ਕੁਐਸਚਨ ਨੰਬਰ 40। ਕੁਐਸਚਨ ਨੰਬਰ 40, ਵਿਚ ਆਫ ਦੀ ਫਲੋਇੰਗ ਆਰਗਨ ਹੈਵ ਅ ਪਿਰਾਮਿਡ ਲਾਈਕ ਸਟਰਕਚਰ। ਪਿਰਾਮਿਡ ਇੱਕ ਕਹਿ ਸਕਦੇ ਕਿ ਟ੍ਰਾਇੰਗਲ ਦੀ ਫਾਰਮ ਦੇ ਵਿੱਚ ਪਾਇਆ ਜਾਂਦਾ, ਜੋ ਮੈਥ ਵਾਲੇ ਸਟੂਡੈਂਟ ਜਾਣਦੇ ਹੋਣਗੇ, ਠੀਕ ਹੈ। ਪਿਰਾਮਿਡ ਆਰਗਨ ਦੀ ਸ਼ੇਪ ਦੇ ਵਿੱਚ ਜਿਹੜੀ ਚੀਜ਼ ਪਾਈ ਜਾਂਦੀ ਹੈ ਉਹ ਸਾਡੇ ਵਾਸਤੇ ਹਮੇਸ਼ਾ ਕਿਡਨੀ ਹੁੰਦੀ ਹੈ, ਠੀਕ ਹੈ, ਧਿਆਨ ਰੱਖਣਾ। ਪਹਿਲਾ ਆਪਸ਼ਨ ਫਿਲਹਾਲ ਚੈੱਕ ਕਰੋ, ਸਿੱਧਾ ਆਂਸਰ ਟਿਕ ਮਾਰ ਨਹੀਂ ਕਰ ਸਕਦੇ, ਕੋਈ ਹੋਰ ਆਪਸ਼ਨ ਵੀ ਨਿਕਲ ਕੇ ਆ ਸਕਦੇ, ਵੈਸੇ ਕਿਡਨੀ ਇਹਦਾ ਰਾਈਟ ਆਂਸਰ ਹੀ ਹੋਏਗਾ, ਠੀਕ ਹੈ। ਇਹ ਆਪਸ਼ਨ ਸਾਡੇ ਵਾਸਤੇ ਲੀਵਰ ਹੈ, ਨੋ। ਬੀ ਆਪਸ਼ਨ ਸਾਡੇ ਵਾਸਤੇ ਪੈਨਕ੍ਰੀਆਜ਼ ਹੈ, ਨੋ। ਡੀ ਸੀ ਆਪਸ਼ਨ ਸਾਡੇ ਵਾਸਤੇ ਕਿਡਨੀ ਹੈ, ਹੁਣ ਤੱਕ ਸਹੀ ਹੈ। ਔਰ ਡੀ ਸਾਡੇ ਵਾਸਤੇ ਸੈਪਲੀ ਦਿੱਤਾ ਹੋਇਆ, ਜਿਹਨੂੰ ਅਸੀਂ ਤਿੱਲੀ ਬੋਲਦੇ ਹਾਂ, ਤਾਂ ਵੀ ਸਾਡੇ ਵਾਸਤੇ ਗਲਤ ਹੈ। ਤਾਂ ਆਂਸਰ ਜਿਹੜਾ ਆਊਗਾ ਸਾਡੇ ਵਾਸਤੇ ਕਿਹੜਾ ਆਊਗਾ, ਸੀ, ਕਿਡਨੀ, ਠੀਕ ਹੈ ਜੀ, ਸੀ, ਕਿਡਨੀ। ਨੈਕਸਟ ਆਓ ਕੁਐਸਚਨ ਨੰਬਰ 41, ਵਟ ਇਜ਼ ਅ ਫੰਕਸ਼ਨ ਯੂਨਿਟ ਆਫ ਐਕਸਕ੍ਰੀਟਰੀ ਸਿਸਟਮ ਔਰ ਅ ਕਿਡਨੀ ਇਜ਼ ਕੋਲਡ। ਇਹ ਮੈਂ ਤੁਹਾਨੂੰ ਦੱਸ ਹੀ ਚੁੱਕਿਆ। ਇਹਦੇ ਵਿੱਚ ਜਿਹੜਾ ਆਨਸਰ ਇੱਕ ਰਿਪੀਟਡ ਕੁਐਸਚਨ ਨਹੀਂ ਹੈ, ਉਹ ਸਾਡੇ ਵਾਸਤੇ ਕਿਹੜਾ ਆਊਗਾ, ਨੈਫਰੋਨ ਆਊਗਾ। ਤਾਂ ਆਨਸਰ ਸਾਡੇ ਵਾਸਤੇ ਇਹਦੇ ਵਿੱਚ ਗਿਵਨ ਹੈ, ਬੀ ਆਨਸਰ ਸਾਡਾ ਵਾਸਤੇ ਕੀ ਆਊਗਾ, ਰਾਈਟ ਆਊਗਾ, ਠੀਕ ਹੈ ਜੀ। ਨੈਕਸਟ ਆਓ ਅਗਲਾ ਕੁਐਸਚਨ, ਈਚ ਕਿਡਨੀ ਹੈਜ਼ ਅ ਨੀਅਰਲੀ ਡੈਸ਼ ਕੰਪਲੈਕਸ ਟਿਊਬੂਲਰ ਸਟਰਕਚਰ ਨੈਫਰੋਨ। ਬਸ ਇਹ ਫੀਲਿੰਗਸ ਬਲੈਂਕ ਦੀ ਫਾਰਮ 'ਚ ਦਿੱਤਾ, ਬਾਕੀ ਸਾਰਾ ਸੇਮ ਹੀ ਹੈ। ਤਾਂ ਤੁਹਾਨੂੰ ਸਭ ਨੂੰ ਪਤਾ 10 ਲੱਖ ਇਹਦਾ ਕੀ ਆਉਣਾ ਚਾਹੀਦਾ, ਆਨਸਰ ਆਉਣਾ ਚਾਹੀਦਾ ਹੈ। ਤਾਂ ਆਨਸਰ ਦੇ ਅਕੋਰਡਿੰਗ ਜਿਹੜਾ ਆਪਸ਼ਨ ਦੇ ਅਕੋਰਡਿੰਗ ਜਿਹੜਾ ਆਨਸਰ ਆਊਗਾ, A 4 ਲੱਖ, B 8 ਲੱਖ, C 10 ਲੱਖ, D 20 ਲੱਖ। ਤਾਂ ਆਨਸਰ ਗਿਵਨ ਹੈ ਬੇਟੇ, ਤੁਹਾਨੂੰ ਸਭ ਨੂੰ ਪਤਾ ਹੈ 10 ਲੱਖ ਇਹਦਾ ਕੀ ਆਊਗਾ, ਰਾਈਟ ਆਊਗਾ। ਰਿਪੀਟਡ ਕੁਐਸਚਨ ਜ਼ਰੂਰ ਹੈ, ਲੇਕਿਨ ਕੁਐਸਚਨ ਨੂੰ ਕੀ ਕੀਤਾ ਗਿਆ, ਇਹਦੇ ਵਿੱਚ ਥੋੜਾ ਬਹੁਤ ਚੇਂਜ ਕੀਤਾ ਗਿਆ, ਘੁਮਾ ਫਿਰਾ ਕੇ ਪਾਇਆ ਗਿਆ, ਠੀਕ ਹੈ। ਨੈਕਸਟ ਆਓ ਕੁਐਸਚਨ ਨੰਬਰ 43 ਦੀ ਗੱਲ ਕਰੀਏ। 43 ਕੀ ਕਹਿੰਦਾ ਇਹਦੇ ਵਿੱਚ, ਵਿਚ ਆਫ ਦੀ ਫਲੋਇੰਗ ਇਜ਼ ਨੋਟ ਅ ਪਾਰਟ ਆਫ ਨੈਫਰੋਨ। ਨੈਫਰੋਨ ਦਾ ਪਾਰਟ ਕਿਹੜਾ ਨਹੀਂ ਹੈ। ਤਾਂ ਇਹ ਆਪਸ਼ਨ ਫਿਲਹਾਲ ਦੇਖੋ ਕੀ ਕਹਿੰਦੀ ਹੈ, ਗਲੋਮਰੁਲਸ। ਬੀ ਸਾਡੇ ਵਾਸਤੇ ਕੀ ਹੁੰਦੀ ਹੈ, ਟਿਊਬਲਰ ਹੋਊਗਾ, ਰੀਨੇਲ ਟਿਊਬਲਰ। ਜਾਂ ਸੀ ਸਾਡੇ ਵਾਸਤੇ ਐਸੇ ਨੋਟ ਹੁੰਦਾ ਹੈ, ਜਾਂ ਡੀ ਆਪਸ਼ਨ ਸਾਡੇ ਵਾਸਤੇ ਨਨ ਆਫ ਥੀਸ। ਤਾਂ ਰਾਈਟ ਤੁਹਾਨੂੰ ਇਸ ਤਰ੍ਹਾਂ ਸਿਰਫ ਇਹਨੂੰ ਇੱਕ ਬੇਸਿਕ ਕੁਐਸਚਨ ਹੈ, ਠੀਕ ਹੈ, ਫਾਰਮਲ ਕੁਐਸਚਨ ਹੈ, ਇਹਨੂੰ ਇਸ ਤਰ੍ਹਾਂ ਹੀ ਯਾਦ ਕਰਨਾ ਹੈ। ਐਸੇ ਨੋਟ ਇਹਦੇ ਵਿੱਚ ਨਹੀਂ ਪਾਇਆ ਜਾਂਦਾ, ਕਿਹਦੇ ਵੀ ਤੁਹਾਡੇ ਆਪਣੇ ਨੈਫਰੋਨ ਦੇ ਵਿੱਚ। ਨੈਫਰੋਨ ਕੀ ਹੁੰਦੀ ਹੈ, ਕੰਟਰੋਲਿੰਗ ਯੂਨਿਟ ਹੁੰਦੀ ਹੈ ਕਿਹਦੀ, ਤੁਹਾਡੀ ਆਪਣੀ ਕਿਡਨੀ ਦੀ, ਠੀਕ ਹੈ ਜੀ। ਨੈਕਸਟ ਆਓ ਕੁਐਸਚਨ ਨੰਬਰ 44 'ਚ ਕੀ ਕਹਿੰਦਾ ਹੈ, ਫਰੋਮ ਵਿਚ ਆਫ ਦੀ ਬੋਮਨ ਕੈਪਸੂਲ ਇਜ਼ ਰਿਲੇਟਿਡ। ਹੁਣ ਪਹਿਲਾਂ ਵੀ ਕਰਕੇ ਆਇਆ, ਥੋੜਾ ਕੁਐਸਚਨ ਚੇਂਜ ਕੀਤਾ, ਬੋਮਨ ਕੈਪਸੂਲ ਰਿਲੇਟ ਕਰੂਗਾ ਕਿਡਨੀ ਦੇ ਨਾਲ। ਤਾਂ ਆਨਸਰ ਸਾਨੂੰ ਸਾਹਮਣੇ ਦਿੱਤਾ ਹੋਇਆ ਹੈ ਏ ਆਪਸ਼ਨ 'ਚ। ਬਾਕੀ ਆਪਸ਼ਨਾਂ ਪੜ੍ਹਨੀ ਹੈ ਪੜ੍ਹ ਲਓ, ਵੈਸੇ ਪੜ੍ਹਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇੱਕੋ ਹੀ ਰਾਈਟ ਆਨਸਰ ਹੋਊਗਾ, ਉਹ ਸਾਨੂੰ ਮਿਲ ਚੁੱਕੀ ਹੈ ਕਿਡਨੀ, ਠੀਕ ਹੈ। ਨੈਕਸਟ ਆਓ 45 ਦੀ ਗੱਲ ਕਰੀਏ। 45 ਇੱਕ ਪੜ੍ਹਨ ਤੇ ਦੇਖਣ 'ਚ ਪਤਾ ਲੱਗ ਰਿਹਾ ਕਿ ਰਿਪੀਟਡ ਕੁਐਸਚਨ ਹੈ। ਗਲੋਮਰਸ ਐਂਡ ਬੋਮਨ ਕੈਪਸੂਲਸ ਨੈਫਰਿਨਸ ਕੋਲੈਕਟਿਕ ਕੋਟ, ਉਹਨੂੰ ਅਸੀਂ ਕੀ ਬੋਲਦੇ ਹਾਂ, ਮਿਲਗੀ ਬੋਲਦੇ ਹਾਂ, ਠੀਕ ਹੈ। ਤਾਂ ਆਪਸ਼ਨ ਤੁਹਾਡੇ ਸਾਹਮਣੇ ਦਿੱਤੀ ਹੋਈਆਂ ਨੇ। 45 ਦਾ ਜਿਹੜਾ ਆਨਸਰ ਬਣੂਗਾ ਉਹ ਬਿਨਾਂ ਕਿਸੇ ਆਪਸ਼ਨ ਦੇਖੇ ਤੁਹਾਨੂੰ ਯਾਦ ਵੀ ਹੋ ਚੁੱਕੇ, ਔਰ ਸਾਡੇ ਵਾਸਤੇ ਕੀ ਬਣੂਗਾ, ਬੀ, ਠੀਕ ਹੈ ਜੀ। ਨੈਕਸਟ ਆਓ ਕੁਐਸਚਨ ਨੰਬਰ 46 ਬਹੁਤ ਇੰਪੋਰਟੈਂਟ ਹੈ, ਧਿਆਨ ਨਾਲ ਪੜ੍ਹੋ ਕੀ ਕਹਿੰਦਾ ਇਹਦੇ ਵਿੱਚ, ਇਨ ਵਿਚ ਲੂਪ ਆਫ ਹੈਨਲ ਇਜ਼ ਫਾਊਂਡ, ਠੀਕ ਹੈ। ਨੀਚੇ ਦਿੱਤੀ ਆਪਸ਼ਨ ਦੇ ਵਿੱਚੋਂ ਇਹਦੇ ਵਿੱਚ ਲੂਪ ਆਫ ਹੈਨਲ ਕਿੱਥੇ ਪਾਇਆ ਗਿਆ ਸੀ, ਹਾਰਟ ਦੇ ਵਿੱਚ, ਤੁਹਾਡੇ ਆਪਣੇ ਲੀਵਰ ਦੇ ਵਿੱਚ, ਜਾਂ ਬ੍ਰੇਨ ਦੇ ਵਿੱਚ, ਜਾਂ ਕਿਡਨੀ ਦੇ ਵਿੱਚ। ਤਾਂ ਆਨਸਰ ਸਾਡੇ ਵਾਸਤੇ ਗੁਰਦਾ, ਜਿਹਨੂੰ ਅਸੀਂ ਕਿਡਨੀ ਬੋਲਦੇ ਨੇ, ਤਾਂ ਆਨਸਰ ਸਾਡੇ ਵਾਸਤੇ ਕਿਡਨੀ ਇੱਕ ਤਰ੍ਹਾਂ ਦਾ ਰਾਈਟ ਆਨਸਰ ਆਊਗਾ ਲੂਪ ਆਫ ਹੈਨਲ ਨੂੰ ਲੈ ਕੇ, ਠੀਕ ਹੈ ਜੀ। 46 ਦਾ ਕੀ ਆਨਸਰ ਆਣਾ ਤੁਹਾਡੇ ਵਾਸਤੇ, ਡੀ, ਡੈਟਸ ਕੋਲਾ ਕਿਡਨੀ, ਠੀਕ ਹੈ। ਨੈਕਸਟ ਆਓ ਕੁਐਸਚਨ ਨੰਬਰ 47 ਜੋ ਤੁਹਾਡੇ ਆਪਣੇ ਨੋਟਸ ਦੇ ਵਿੱਚ ਕੁਐਸਚਨ ਪਾਇਆ ਗਿਆ ਸੀਗਾ, ਰੇਨਲ ਆਰਟਰੀ ਐਂਡ ਰੇਨਲ ਵੇਨ। ਇੱਕ ਬੋਡੀ ਦੇ ਵਿੱਚ ਸਾਫ਼ ਖੂਨ ਨੂੰ ਅੰਦਰ ਕਰਨਾ, ਔਰ ਬੋਡੀ 'ਚ ਗੰਦੇ ਖੂਨ ਨੂੰ ਬਾਹਰ ਕੱਢਣਾ, ਆਊਟ ਕਰਨਾ। ਗੰਦਾ ਖੂਨ ਨਹੀਂ ਮਤਲਬ ਵੇਸਟ ਮਟੀਰੀਅਲ ਨੂੰ ਆਊਟ ਕਰਨਾ,
ਉਹ ਕਿਸ ਨਾਲ ਰਿਲੇਟ ਕਰਦਾ ਹੈ, ਤਾਂ ਇਹ ਦੋਨੋਂ ਚੀਜ਼ਾਂ ਤੁਹਾਡੇ ਆਪਣੇ ਕਿਡਨੀ ਨਾਲ ਰਿਲੇਟ ਕਰਨਗੀਆਂ। ਤਾਂ 47 ਦੇ ਅਕੋਰਡਿੰਗ ਆਪਸ਼ਨ ਆ, ਬਾਕੀ ਸਾਰੀ ਦਿੱਤੀ ਹੋਈਆਂ ਨੇ। ਰਾਈਟ ਮੈਨੂੰ ਦਿਖਾਈ ਦੇ ਰਹੀ ਹੈ, ਡੀ ਆਪਸ਼ਨ ਸਾਡੇ ਵਾਸਤੇ ਕੀ ਆਊਗੀ ਇਹਦੇ ਵਿੱਚ, ਰਾਈਟ ਆਊਗੀ। ਕਿਡਨੀ, ਹਾਰਟ ਨਹੀਂ, ਲੰਗਸ ਨਹੀਂ ਔਰ ਆਈਜ਼ ਨਹੀਂ ਹੁੰਦੀਆਂ, ਕਿਡਨੀ ਇਹਦਾ ਸਾਡੇ ਵਾਸਤੇ ਕੀ ਆਊਗਾ, ਰਾਈਟ ਆਨਸਰ ਆਊਗਾ। ਕਲੀਅਰ ਹੈ। ਨੈਕਸਟ ਆਓ ਕੁਐਸਚਨ ਨੰਬਰ 48। 48 ਕੀ ਕਹਿੰਦਾ ਇਹਦੇ ਵਿੱਚ, ਫਰੋਮ ਵਿਚ ਐਫਰਨ ਆਰਟਰੀਓਲ। ਤਾਂ ਦੇਖਣ 'ਚ ਪਤਾ ਲੱਗ ਗਿਆ ਰਿਪੀਟਡ ਕੁਐਸਚਨ ਹੈ। ਐਫਰਨ ਆਰਟਰੀਓਲ ਤੇ ਐਫਰਨ ਆਰਟਰੀਓਲ ਠੀਕ ਹੈ, ਕਿਹਦੇ ਨਾਲ ਮਿਲਦਾ ਜੁਲਦਾ ਤੁਹਾਡਾ ਆਪਣੇ ਐਸਕ੍ਰੀਟਰੀ ਸਿਸਟਮ ਦੇ ਨਾਲ। ਤਾਂ ਥੋੜਾ ਕੁਐਸਚਨ ਫਰਕ ਜ਼ਰੂਰ ਹੁੰਦਾ, ਪਾਰਟ ਸਾਰੀ ਚੀਜ਼ਾਂ ਲਿਆ ਕਰੋ, ਛੱਡਣਾ ਕੁਝ ਵੀ ਨਹੀਂ ਹੁੰਦਾ। ਤਾਂ ਆਪਸ਼ਨ ਸਾਡੇ ਵਾਸਤੇ ਬੀ ਆ ਜਾਊਗੀ। ਯਾਦ ਹੋ ਰਿਹਾ ਕੁਐਸਚਨ, ਪਤਾ ਲੱਗ ਵੀ ਰਿਹਾ ਤੁਹਾਨੂੰ ਸਭ ਨੂੰ, ਠੀਕ ਹੈ। ਨੈਕਸਟ ਆਓ ਕੁਐਸਚਨ ਨੰਬਰ 49। 49 'ਚ ਕੀ ਕਹਿ ਰਿਹਾ ਹੈ, which one of the following is not a urine production process। urine production process मतलब यूरिन ਨੂੰ ਪ੍ਰੋਡਿਊਸ ਕਰਨ ਵਾਸਤੇ ਕਿਹੜਾ ਪ੍ਰੋਸੈਸ ਨੀਚੇ ਦਿੱਤੇ ਵਿੱਚੋਂ ਨਹੀਂ ਹੈ। ਤਾਂ A ਆਪਸ਼ਨ ਫ੍ਰੈਕਸ਼ਨ ਡਿਸਟਿਲੇਸ਼ਨ, B ਆਪਸ਼ਨ ਫਿਲਟਰੇਸ਼ਨ, ਇਹ ਸਾਡੇ ਵਾਸਤੇ ਹੁੰਦਾ ਹੀ ਹੈ। C ਆਪਸ਼ਨ ਸਾਡੇ ਵਾਸਤੇ ਕੀ ਹੈ, ਰੀਅਬਜ਼ੌਰਪਸ਼ਨ, ਇਹ ਵੀ ਸਾਡੇ ਵਾਸਤੇ ਹੁੰਦਾ ਹੀ ਹੈ। D ਆਪਸ਼ਨ ਸਾਡੇ ਵਾਸਤੇ ਦਿੱਤੀ ਹੈ ਟਿਊਬਲਰ ਸਿਕ੍ਰੇਸ਼ਨ, ਇਹ ਵੀ ਸਾਡੇ ਵਾਸਤੇ ਹੁੰਦੀ ਹੈ। ਠੀਕ ਹੈ, ਤਿੰਨੋਂ ਹੈਗੀਆਂ ਨੇ, ਲੇਕਿਨ ਉਹਨੇ ਪੁੱਛਿਆ ਨੋਟ, ਠੀਕ ਹੈ। ਤਾਂ ਸਾਡੇ ਵਾਸਤੇ ਡੀ ਆਪਸ਼ਨ, ਏ ਆਪਸ਼ਨ ਸਾਨੂੰ ਦਿੱਤੀ ਹੋਈ ਹੈ ਫ੍ਰੈਕਸ਼ਨ ਡਿਸਟਿਲੇਸ਼ਨ, ਇਹ ਸਾਡੇ ਵਾਸਤੇ ਇਹਦੇ ਵਿੱਚ ਨਹੀਂ ਆਊਗੀ। ਤਾਂ ਏ ਆਪਸ਼ਨ ਨੋਟ ਦੀ ਗੱਲ ਕਰ ਰਹੇ ਆ, ਤੇ ਏ ਆਪਸ਼ਨ ਸਾਡੀ ਆਪਣੀ ਰਾਈਟ ਹੈ। ਕਲੀਅਰ ਹੈ ਜੀ। ਨੈਕਸਟ ਆਓ ਕੁਐਸਚਨ ਨੰਬਰ 50। ਕੁਐਸਚਨ ਨੰਬਰ 50 ਦੇ ਵਿੱਚ ਕੀ ਹੈ, ਵਿਚ ਵਨ ਆਫ ਦੀ ਫਲੋਇੰਗ ਇਜ਼ ਲੋ ਥ੍ਰੈਸ਼ੋਲਡ ਸਬਸਟੈਂਸ ਆਫ ਅਸ। ਕਿਹੜਾ ਸਾਡੇ ਵਾਸਤੇ ਇੱਕ ਐਜਾ ਸਬਸਟੈਂਸ ਹੈ, ਠੀਕ ਹੈ, ਜੋ ਨੀਚੇ ਦਿੱਤੇ ਕੋਈ ਆਪਸ਼ਨਾਂ ਦੇ ਅਕੋਰਡਿੰਗ ਥ੍ਰੈਸ਼ੋਲਡ ਦੇ ਵਿੱਚ ਪਾਇਆ ਜਾਂਦਾ ਹੈ। ਠੀਕ ਹੈ, ਗਲੂਕੋਜ਼, ਬੀ ਆਪਸ਼ਨ ਐਮੀਨੋ ਐਸਿਡ, ਸੀ ਆਪਸ਼ਨ ਸਾਡੇ ਵਾਸਤੇ ਹਿਪਰਿਕ ਐਸਿਡ, ਡੀ ਆਪਸ਼ਨ ਸਾਡੇ ਵਾਸਤੇ ਯੂਰੀਆ। ਤਾਂ ਜਦੋਂ ਅਸੀਂ ਗੱਲ ਕਰਦੇ ਥ੍ਰੈਸ਼ੋਲਡ ਸਬਸਟੈਂਸ ਦੀ, ਠੀਕ ਹੈ, ਤਾਂ ਸਾਡੇ ਵਾਸਤੇ ਯੂਰੀਆ ਮੇਨ ਇੱਕ ਪ੍ਰਮੁੱਖ ਹੈ ਜੋ ਪਾਇਆ ਜਾਂਦਾ, ਠੀਕ ਹੈ। ਸਾਡੇ ਵਾਸਤੇ ਜਿਹੜਾ ਆਨਸਰ ਆਊਗਾ ਉਹ ਕਿਹੜਾ ਆਨਸਰ ਹੈ, ਡੀ ਆਪਸ਼ਨ ਆਊਗੀ। ਕਲੀਅਰ ਹੈ ਜੀ। ਇਹ ਤੁਹਾਡੇ ਆਪਣੇ ਤੁਹਾਡਾ ਐਸਕ੍ਰੀਟਰੀ ਔਰ ਤੁਹਾਡੇ ਆਪਣੇ ਸਿਸਟਮ ਦੇ MCQs 'ਚੋਂ 50 ਕੁਐਸਚਨ ਤੁਹਾਡੇ ਸਾਹਮਣੇ ਰੱਖੇ ਗਏ ਸੀ। ਆਈ ਥਿੰਕ ਅਗਰ ਸਭ ਨੂੰ ਸਮਝ ਵੀ ਆ ਗਏ ਹੋਣਗੇ। ਅਗਰ ਤੁਹਾਨੂੰ ਲੱਗਦਾ ਕਿ ਡਾਊਟ ਹੈ ਤਾਂ ਇਹਦੇ ਵਿੱਚ ਨੀਚੇ ਕਮੈਂਟ ਬਾਕਸ 'ਚ ਤੁਸੀਂ ਆਪਣੇ ਮੈਸੇਜ ਕਰ ਸਕਦੇ ਹੋ। ਥੈਂਕ ਯੂ ਸੋ ਮਚ।